ਵਾਰੀ ਸਤਿ ਸ੍ਰੀ ਅਕਾਲ। ਇਹ ਸਾਡੇ ਸੈਮੀਨਾਰ ਦਾ ਲਾਸਟ ਜਿਹੜਾ ਸੈਸ਼ਨ ਹੈ ਉਹ ਹੈ, ਤੇ ਇਸ ਦੇ ਜਿਹੜੇ ਚੇਅਰਪਰਸਨ ਨੇ ਔਰ ਸਾਡੇ ਮਾਨਯੋਗ ਪ੍ਰੋਫੈਸਰ ਰਵਿੰਦਰ ਸਿੰਘ ਜੀ ਹਨ, ਜੋ ਸੈਮੀਨਾਰ ਦੇ ਕਨਵੀਨਰ ਵੀ ਹਨ। ਔਰ ਉਹ ਕਿਸੇ ਵੀ ਜਾਣ ਪਛਾਣ ਦੇ ਇੰਟਰੋਡਕਸ਼ਨ ਦੇ ਮੁਹਤਾਜ ਨਹੀਂ ਹਨ, ਕਿਉਂਕਿ ਜਿਵੇਂ ਅਸੀਂ ਸਾਰੇ ਹੀ ਜਾਣਦੇ ਹਾਂ, ਨਿਰੰਤਰ ਜਿਹੜੇ ਦੇਸ਼ ਵਿਦੇਸ਼ ਵਿੱਚ ਹੋ ਰਹੀ ਸਾਡੀ ਸਾਹਿਤਕ ਗਤੀਵਿਧੀਆਂ ਨੇ ਉਹਨਾਂ ਦੇ ਵਿੱਚ ਪੂਰਨ ਰੂਪ ਦੇ ਵਿੱਚ ਐਕਟਿਵ ਨੇ। ਤੇ ਉਹਨਾਂ ਵੱਲੋਂ ਜਿਹੜਾ ਸੈਮੀਨਾਰ ਜਿਹੜਾ ਆਯੋਜਿਤ ਕੀਤਾ ਗਿਆ ਹੈ, ਤੇ ਇਹਨਾਂ ਸ਼ਬਦਾਂ ਦੇ ਨਾਲ ਜਿਹੜਾ ਮੈਂ ਉਹਨਾਂ ਦਾ ਸਵਾਗਤ ਕਰਦੀ ਹਾਂ। ਤੇ ਇਸ ਸੈਸ਼ਨ ਦੇ ਵਿੱਚ ਜਿਹੜੇ ਪੇਪਰ ਨੇ ਉਹ ਸਾਰੇ ਰਿਸਰਚ ਸਕੋਲਰਸ ਨੇ ਜਿਹੜੇ ਪੇਪਰ ਪੜ੍ਹ ਰਹੇ ਨੇ, ਜਿਵੇਂ ਸੈਂਟਰ ਗੁਰਪ੍ਰੀਤ ਕੌਰ ਜੀ, ਮਨਜੀਤ ਸਿੰਘ ਜੀ, ਸੁਖਜਿੰਦਰ ਸਿੰਘ, ਮਿੰਦਰ ਕੌਰ, ਸ਼ਰਿੰਦਰ ਸਿੰਘ ਔਰ ਸਿਮਰਨਜੀਤ ਕੌਰ। ਤੇ ਹੁਣ ਮੈਂ ਪਹਿਲੇ ਪ੍ਰੈਜ਼ੈਂਟਰ ਨੂੰ ਫਸਟ ਪ੍ਰੈਜ਼ੈਂਟਰ ਗੁਰਪ੍ਰੀਤ ਕੌਰ ਜੀ, ਉਹਨਾਂ ਦੇ ਪੇਪਰ ਦਾ ਵਿਸ਼ਾ ਹੈ ਬਰਤਾਨਵੀ ਪੰਜਾਬੀ ਨੋਵਲ ਵਿੱਚ ਬਹੁ ਸੱਭਿਆਚਾਰਕ ਸੰਕਟ। ਸਤਿ ਸ਼੍ਰੀ ਅਕਾਲ ਸਰ, ਮੇਰੇ ਵੱਲੋਂ ਸਾਰਿਆਂ ਨੂੰ। ਸਰ ਮੈਂ ਪੂਰਾ ਪੇਪਰ ਤਾਂ ਨਹੀਂ ਪੜ੍ਹੂਗੀ, ਜਿਵੇਂ ਤੁਸੀਂ ਕਿਹਾ ਮੈਂ ਉਹਦੇ ਵਿੱਚ ਨੁਕਤਿਆਂ ਬਾਰੇ ਹੀ ਗੱਲ ਕਰੂੰ, ਪਰ ਪਹਿਲਾਂ ਮੈਂ ਥੋੜ੍ਹਾ ਜਿਹਾ ਬਹੁਤ ਸੱਭਿਆਚਾਰ ਬਾਰੇ ਦੱਸਣਾ ਚਾਹੁੰਦੀ ਹਾਂ। ਥੋੜ੍ਹਾ ਜਿਹਾ ਹੀ ਡਿਟੇਲ 'ਚ ਦਰਸਾਉਂਗੀ ਮੈਂ ਕਿ ਵਰਤਮਾਨ ਸਮੇਂ ਦਾ ਜਿਹੜਾ ਬਰਤਾਨਵੀ ਪੰਜਾਬੀ ਨਾਵਲ ਆਪਣੇ ਮੁੱਢਲੇ ਸਰਗਰਮ ਤੋਂ ਹਟ ਕੇ ਪ੍ਰਵਾਸੀਆਂ ਦੀਆਂ ਸਮਕਾਲੀਨ ਸਮੱਸਿਆਵਾਂ ਨਾਲ ਦਸਤਪੰਜਾ ਲੈ ਰਿਹਾ ਹੈ, ਕਿਉਂਕਿ ਅੱਜ ਭਾਰਤੀ ਪੰਜਾਬੀ ਸੱਭਿਆਚਾਰ ਦਾ ਫੈਲਾਅ ਜਿਹੜਾ ਹੈ ਗਲੋਬਲ ਪੱਧਰ ਤੇ ਹੈ, ਤੇ ਆਪਣੇ ਇਸੇ ਫੈਲਾਅ ਸਦਕਾ ਇਸ ਦਾ ਸੰਵਾਦ ਅੱਗੋਂ ਬਹੁਤ ਸੱਭਿਆਚਾਰਵਾਦ ਨਾਲ ਵੀ ਜਾ ਜੁੜਦਾ ਹੈ। ਇਸ ਤਰ੍ਹਾਂ ਬਹੁਤ ਸੱਭਿਆਚਾਰ ਸਮਾਜ ਜਿਹੜਾ ਵਰਤਮਾਨ ਹਕੀਕਤ ਦੇ ਅਨੇਕਾਂ ਲੁਕਵੇਂ ਤੇ ਅਲੁਕਵੇਂ ਪਸਾਰਾਂ ਦੇ ਰੂਬਰੂ ਵੀ ਹੁੰਦਾ ਹੈ। ਵਰਤਮਾਨ ਸਥਿਤੀ ਅਧੀਨ ਹਾਈਬ੍ਰਿਡਿਟੀ, ਵਿਲੀਨਤਾ, ਸਮਾਨਤਾ, ਵਿਲੱਖਣ ਸੱਭਿਆਚਾਰ ਪਹਿਚਾਣ ਅਤੇ ਬਹੁ ਪਛਾਣਾਂ ਦਾ ਸੰਕਟ ਆਦਿ ਜ਼ਹਿਰ ਦ੍ਰਿਸ਼ ਜਿਹੜੇ ਨੇ ਉਹ ਰੂਪਮਾਨ ਕਰਦਾ ਹੈ। ਮੈਂ ਆਪਣੇ ਇਸ ਨਾਵਲ ਵਿੱਚ ਪੇਪਰ ਦੇ ਵਿੱਚ ਹਰਜੀਤ ਅਟਵਾਲ, ਮਹਿੰਦਰਪਾਲ ਸਿੰਘ ਧਾਲੀਵਾਲ, ਸੰਤੋਖ ਧਾਲੀਵਾਲ ਤੇ ਸ਼ਿਵਚਰਨ ਗਿੱਲ ਦੇ ਨਾਵਲਾਂ ਨੂੰ ਵਿਚਾਰਿਆ ਕਿ ਉਹਨਾਂ ਦੇ ਕੁਝ ਨਾਵਲ ਹੀ ਲੈ ਇਹਨਾਂ ਦੇ ਵਿੱਚ। ਬਹੁਤ ਸੱਭਿਆਚਾਰਵਾਦ ਇੱਕ ਅਜਿਹਾ ਸੰਕਲਪ ਹੈ ਜਿਹੜਾ ਵੱਖ-ਵੱਖ ਸਮਾਜਿਕ ਸਮੂਹਾਂ ਤੇ ਸੱਭਿਆਚਾਰਕ ਅੰਤਰ ਸੰਬੰਧਾਂ ਤੇ ਵਖਰੇਵਿਆਂ ਦਾ ਬੋਧ ਕਰਵਾਉਂਦਾ ਹੈ। ਇਸ ਸੰਕਲਪ ਦਾ ਮਨੋਰਥ ਲੋਕਾਂ ਦੇ ਸੱਭਿਆਚਾਰਕ ਫਰਕ ਨੂੰ ਸਮਝਣਾ ਹੈ। ਸੱਭਿਆਚਾਰ ਦੇ ਧਰਾਤਲ ਉੱਤੇ ਸੰਘਰਸ਼ ਜਾਂ ਦਵੰਦ ਦੀ ਸਥਿਤੀ ਉਸ ਸਮੇਂ ਪੈਦਾ ਹੁੰਦੀ ਹੈ ਜਦੋਂ ਭਿੰਨ-ਭਿੰਨ ਸੱਭਿਆਚਾਰਕ ਧਰਾਤਲ ਉੱਤੇ ਭਿੰਨ-ਭਿੰਨ ਸੱਭਿਆਚਾਰਕ ਸਮੂਹ ਕਿਸੇ ਕਾਰਨ ਇੱਕ ਦੂਸਰੇ ਦੇ ਆਮੋ-ਸਾਹਮਣੇ ਆ ਖਲੋਂਦੇ ਹਨ। ਧਰਤੀ ਦੇ ਕਿਸੇ ਭੂਗੋਲਿਕ ਖਿੱਤੇ ਤੇ ਜਦੋਂ ਕੋਈ ਓਪਰਾ ਸੱਭਿਆਚਾਰਕ ਸਮੂਹ ਆਪਣੀਆਂ ਭਿੰਨਤਾਵਾਂ ਤੇ ਵਿਲੱਖਣਤਾਵਾਂ ਲੈ ਕੇ ਪ੍ਰਵੇਸ਼ ਕਰਦਾ ਹੈ ਤਾਂ ਇਸ ਕਿਸਮ ਦੇ ਸੰਘਰਸ਼ ਜਾਂ ਦਵੰਦ ਤੇ ਘਟਨਾ ਵਾਪਰਦੀ ਹੈ। ਇਹ ਓਪਰਾ ਸੱਭਿਆਚਾਰ ਜਿਹੜਾ ਹੈ ਹਮਲਾਵਰ ਦੇ ਰੂਪ ਜਾਂ ਪ੍ਰਵਾਸ ਦੇ ਰੂਪ ਵਿੱਚ ਵੀ ਪ੍ਰਵੇਸ਼ ਕਰ ਸਕਦਾ ਹੈ। ਇਸ ਤਰ੍ਹਾਂ ਬਹੁਤ ਸੱਭਿਆਚਾਰਵਾਦ ਉਹ ਵਿਚਾਰਧਾਰਾ ਹੈ ਜੋ ਇਹ ਪ੍ਰਵਾਨ ਕਰਕੇ ਚੱਲਦੀ ਹੈ ਕਿ ਲੋਕ ਰੰਗ, ਰੀਤੀ ਰਿਵਾਜ ਅਤੇ ਸੱਭਿਆਚਾਰਕ ਸੰਦਰਭ ਵਿੱਚ ਵਿਭਿੰਨ ਹਨ, ਪਰ ਇਸ ਦੇ ਨਾਲ-ਨਾਲ ਇਹ ਤਰਕ ਵੀ ਬਰਾਬਰ ਦੇ ਜ਼ੋਰ ਨਾਲ ਪੇਸ਼ ਕੀਤਾ ਹੈ ਕਿ ਬਹੁਤ ਸੱਭਿਆਚਾਰ ਸਮਾਜ ਵਿੱਚ ਵਿਭਿੰਨ ਲੋਕਾਂ ਦੇ ਵਿਭਿੰਨ ਸੱਭਿਆਚਾਰ ਹੋਣ ਦੇ ਬਾਵਜੂਦ ਵੀ ਬਰਾਬਰੀ ਦਾ ਨਿਸ਼ਾਨਾ ਪ੍ਰਾਪਤ ਕੀਤਾ ਜਾ ਸਕਦਾ ਹੈ। ਕੈਨੇਡਾ, ਅਮਰੀਕਾ ਦੀ ਤਰ੍ਹਾਂ ਬਰਤਾਨੀਆ ਸਰਕਾਰ ਨੇ ਵੀ ਬਹੁਤ ਸੱਭਿਆਚਾਰਵਾਦ ਨੂੰ ਮਾਨਤਾ ਦਿੱਤੀ ਹੈ, ਕਿਉਂਕਿ ਬਰਤਾਨੀਆ ਦੀ ਆਰਥਿਕ ਵਿਕਾਸ ਵਿੱਚ ਵੀ ਵੱਖ-ਵੱਖ ਸੱਭਿਆਚਾਰਾਂ ਵਿੱਚੋਂ ਆਏ ਕਿਰਤੀ ਲੋਕਾਂ ਦਾ ਯੋਗਦਾਨ ਰਿਹਾ ਹੈ। ਪਰੰਤੂ ਅੱਜ ਬਹੁਤ ਸੱਭਿਆਚਾਰ ਵਾਲੀ ਵਿਸ਼ਵ ਧਰਾਤਲ ਤੇ ਜਦੋਂ ਸਾਰੇ ਸੱਭਿਆਚਾਰਾਂ ਨੂੰ ਸਹਿ ਸੱਭਿਆਚਾਰ ਬਦਲ ਸਮਾਨਤਾ ਸਵੀਕਾਰਿਆ ਜਾ ਰਿਹਾ ਹੈ ਤਾਂ ਪੂੰਜੀਵਾਦੀ ਮੁਲਕਾਂ ਦੀ ਰਣਨੀਤੀ ਪ੍ਰਤੱਖ ਤੌਰ ਤੇ ਤਾਂ ਭਾਵੇਂ ਸਮਾਂਤਰ ਦੀ ਗੱਲ ਕਰਦੀ ਹੈ, ਪਰ ਪ੍ਰੋਖ ਰੂਪ ਵਿੱਚ ਇਹ ਅਲਪ ਵਿਕਸਤ, ਅਵਿਕਸਤ ਤੇ ਵਿਕਾਸਸ਼ੀਲ ਮੁਲਕਾਂ ਨੂੰ ਸੱਭਿਆਚਾਰ ਪਛਾਣ ਨੂੰ ਖੋਰਨ ਦਾ ਯਤਨ ਵੀ ਕਰ ਰਹੀ ਹੈ। ਇਸ ਤਰ੍ਹਾਂ ਬਰਤਾਨੀਆ ਦੇ ਬਹੁਤ ਸੱਭਿਆਚਾਰਕ ਸਮਾਜ ਵਿੱਚ ਵਿਭਿੰਨ ਸੱਭਿਆਚਾਰਾਂ ਦੇ ਆਪਸੀ ਵਿਰੋਧ, ਸਮਾਨਤਾਵਾਂ, ਟਕਰਾਵਾਂ, ਵੰਗਾਰਾਂ ਤੇ ਸੰਭਾਵੀ ਖਤਰਿਆਂ ਦੇ ਝਨਕਾਰੇ ਵੀ ਮਿਲਦੇ ਹਨ। ਅੱਜ ਦਾ ਜਿਹੜਾ ਪੱਛਮੀ ਮੁਲਕ ਹੈ ਬਹੁਤ ਸੱਭਿਆਚਾਰਵਾਦ ਦਾ ਗੁਲਦਸਤਾ ਹੈ। ਇਹ ਬਹੁਤ ਸੱਭਿਆਚਾਰ ਸਥਿਤੀ ਇੱਕ ਪਾਸੇ ਤਾਂ ਸੱਭਿਆਚਾਰ ਹੋਣ ਦੇ ਸੁੰਗੜਨ ਦੀ ਨਿਰੰਤਰਤਾ ਤੇ ਦੂਸਰੇ ਪਾਸੇ ਨਵੀਂ ਸੱਭਿਆਚਾਰਕ ਸਪੇਸ ਹਾਸਲ ਕਰਨ ਲਈ ਸੰਕਟਾਂ ਦਾ ਸਾਹਮਣਾ ਆਦਿ ਇੱਕੋ ਵੇਲੇ ਹੀ ਸਰਗਰਮ ਹਨ। ਅਜਿਹੀ ਸਥਿਤੀ ਵਿੱਚ ਵੰਨ-ਸੁਵੰਨੇ ਸੱਭਿਆਚਾਰਕ ਵਰਤਾਰੇ ਟਕਰਾਅ ਤੇ ਮਿਲਵਰਤਨ ਦੀ ਸਥਿਤੀ ਵਿੱਚ ਵਿਚਰਦੇ ਹਨ। ਇਸੇ ਵਰਤਾਰੇ ਵਿੱਚ ਮੂਲ ਸੱਭਿਆਚਾਰ ਆਪਣੀਆਂ ਅਨੇਕਾਂ ਖੜੋਤਗ੍ਰਸਤ ਤੇ ਗਤੀਸ਼ੀਲ ਸੰਭਾਵਨਾ ਨਾਲ ਵਿਚਰਦਾ ਹੈ। ਪ੍ਰਵਾਸ ਦੌਰਾਨ ਮਨੁੱਖ ਦਾ ਆਪਣੇ ਮੂਲ ਸੱਭਿਆਚਾਰ ਨਾਲ ਟੁੱਟਣਾ ਸੁਭਾਵਿਕ ਹੁੰਦਾ ਹੈ, ਪਰ ਇਹ ਸਥਿਤੀ ਅਤੀ ਕਸ਼ਟਦਾਇਕ ਵਿਅਕਤੀ ਲਈ ਉਦੋਂ ਬਣਦੀ ਹੈ ਜਦੋਂ ਪੰਜਾਬ ਦੇ ਖੁੱਲ੍ਹੇ ਖੁਲਾਸੇ ਵਿਰਸੇ ਵਿੱਚੋਂ ਮਿਲੀ ਸੱਭਿਆਚਾਰਕ ਪਰੰਪਰਾ ਦੇ ਨਾਲ ਨਵੇਂ ਦੇਸ਼ ਵਿੱਚ ਪ੍ਰਵੇਸ਼ ਕਰਦਾ ਹੈ।
उस समय उसके सभ्याचार की जिहड़ी विभिन्नता उसनूं भुलाउंदी है, वो महसूस करता है कि वो कदरां कीमतां जिन्हां दी पंजाब विच रहिंदियां पालना करन ਦੀਆਂ ਹਦਾਇਤਾਂ ਦਿੱਤੀਆਂ ਜਾਂਦੀਆਂ ਸਨ। ਬਰਤਾਨੀਆ ਵਿੱਚ ਉਹਨਾਂ ਦੀ ਕੋਈ ਵੀ ਸਾਰਥਿਕਤਾ ਨਹੀਂ ਰਹਿ ਗਈ ਹੈ। ਇਸ ਪੁਰਾਣੇ ਸੱਭਿਆਚਾਰ ਤੇ ਨਵੇਂ ਸੱਭਿਆਚਾਰ ਵਿੱਚ ਤਾਲਮੇਲ ਬਿਠਾ ਸਕਣਾ ਬਹੁਤ ਮੁਸ਼ਕਲ ਹੁੰਦਾ ਹੈ। ਇਸ ਕਰਕੇ ਹੀ ਪ੍ਰਵਾਸ ਦੌਰਾਨ ਜਿਹੜੀਆਂ ਮੁਸ਼ਕਲਾਂ ਆਉਂਦੀਆਂ ਹਨ, ਬਹੁਤ ਸੱਭਿਆਚਾਰਵਾਦ ਉਹਨਾਂ ਵਿੱਚੋਂ ਇੱਕ ਪ੍ਰਮੁੱਖ ਸਮੱਸਿਆ ਹੈ। ਇਹ ਜਿਹੀ ਸਮੱਸਿਆ ਹੈ ਜਿਸ ਦਾ ਸਾਹਮਣਾ ਹਰੇਕ ਪ੍ਰਵਾਸੀ ਨੂੰ ਕਰਨਾ ਪੈਂਦਾ ਹੈ। ਹੁਣ ਇਸ ਤੋਂ ਅੱਗੇ ਸਰ ਮੈਂ ਵਿੱਚ ਕੱਟ ਕੇ ਹੀ ਬੋਲ ਰਹੀ ਹਾਂ। ਬਹੁਤ ਸੱਭਿਆਚਾਰ ਬਰਤਾਨਵੀ ਸਮਾਜ ਵਿੱਚ ਜਿਹੜੇ ਲਿਖੇ ਜਾ ਰਹੇ ਪ੍ਰਵਾਸੀ ਪੰਜਾਬੀ ਨਾਵਲ ਪ੍ਰਵਾਸੀ ਪੰਜਾਬੀਆਂ ਦੇ ਸੰਦਰਭ ਚ ਕੀ ਖੋਇਆ ਕੀ ਪਾਇਆ, ਇਸ ਸਥਿਤੀ ਦੇ ਹੇਰਵਿਆਂ ਤੇ ਬਗੋਚਿਆਂ ਤੋਂ ਬਹੁਤ ਅਗਾਂਹ ਲੰਘ ਕੇ ਸੱਭਿਆਚਾਰਕ ਸ਼ਨਾਖਤ ਦੀਆਂ ਕਿਤਾਬਾਂ ਨੂੰ ਪੇਸ਼ ਕਰਦੇ ਹਨ। ਪ੍ਰਵਾਸੀ ਪੰਜਾਬੀਆਂ ਦੇ ਵਿਚੇਤਨ ਚ ਵੱਸੀ ਸੱਭਿਆਚਾਰਕ ਪਛਾਣ ਦੀ ਚੇਤਨਾ ਹਰ ਸਥਿਤੀ ਵਿੱਚ ਗਤੀਸ਼ੀਲ ਰਹਿੰਦੀ ਹੈ। ਇਸ ਪ੍ਰਸੰਗ ਵਿੱਚ ਹਰਜੀਤ ਅਟਵਾਲ ਦਾ ਨਾਵਲ 92 ਜਿਸ ਦੇ ਵਿੱਚ ਪਾਤਰ ਨਾਵਲਕਾਰ ਨੇ ਪਾਤਰ ਸੁਰਜਣ ਦੇ ਮੂੰਹ ਹੀ ਅਖਵਾਇਆ ਹੈ। ਅਸਲ ਵਿੱਚ ਆਪਾਂ ਪੁਰਜੇ ਤਾਂ ਉਸੇ ਮਸ਼ੀਨ ਦੇ ਹਾਂ, ਉੱਥੇ ਸਹਿਜੇ ਫਿੱਟ ਹੋ ਸਕਦੇ ਹਾਂ। ਇਹ ਸਮਾਜ ਸਾਡੇ ਲਈ ਓਪਰਾ ਹੈ, ਇਹਦੇ ਵਿੱਚ ਫਿੱਟ ਹੋਣਾ ਮੁਸ਼ਕਲ ਹੈ। ਏਦਾਂ ਹੋ ਸਕਦਾ ਹੈ ਕਿ ਹੌਲੀ ਹੌਲੀ ਇਸ ਸਮਾਜ ਵਿੱਚ ਅਸੀਂ ਹੋਰ ਸਮਾਜ ਉਸਾਰ ਲਈਏ, ਫਿਰ ਠੀਕ ਹੈ। ਇਸ ਤੋਂ ਅਗਾ ਇਸੇ ਨਾਵਲ ਦੇ ਵਿੱਚ ਹੀ ਨਾਵਲਕਾਰ ਨੇ ਪੂਰਬੀ ਤੇ ਪੱਛਮੀ ਸੱਭਿਆਚਾਰ ਵਿਚਲੇ ਟਕਰਾਓ ਨੂੰ ਪਾਤਰ ਰਾਜੂ ਤੇ ਸੁਖਵੀਰ ਰਾਹੀਂ ਵੀ ਦਰਸਾਇਆ ਹੈ ਕਿ ਰਾਜੂ ਜਿਹੜਾ ਹੈ ਉਹ ਜਗੀਰਦਾਰੀ ਰੁਚੀਆਂ ਦਾ ਪ੍ਰਤੀਕ ਹੈ ਤੇ ਸੁਖਵੀਰ ਜਿਹੜੀ ਹੈ ਉਹ ਪੱਛਮੀ ਸੱਭਿਆਚਾਰ ਦੇ ਪ੍ਰਭਾਵ ਕਾਰਨ ਪਤੀ ਪਤਨੀ ਦੀ ਰਿਸ਼ਤੇ ਨੂੰ ਮਾਲਕ ਤੇ ਗੁਲਾਮ ਵਾਲਾ ਰਿਸ਼ਤਾ ਨਹੀਂ ਸਮਝਦੀ, ਸਗੋਂ ਬਰਾਬਰੀ ਦੇ ਸਿਧਾਂਤ ਉੱਪਰ ਉਸਰਿਆ ਹੋਇਆ ਸਮਝਦੀ ਹੈ। ਇਸ ਕਾਰਨ ਇਹਨਾਂ ਦੀ ਵਾਰਤਾ ਦੇ ਲਾਪ ਦੇ ਵਿੱਚ ਇਹੋ ਜਿਹੇ ਕਈ ਚਿੰਨ੍ਹ ਦਿਖਾਈ ਦਿੰਦੇ ਨੇ, ਜਿਵੇਂ ਰਾਜੂ ਆਪਣੀ ਪਤਨੀ ਸੁਖਵੀਰ ਨੂੰ ਕਹਿੰਦਾ ਕਿ ਦੇਖ ਤੂੰ ਮੁੜ ਕੇ ਬੇਕੂਫੀ ਨਹੀਂ ਕਰਨੀ, ਮੈਂ ਨਹੀਂ ਚਾਹੁੰਦਾ ਮੇਰੀ ਵਾਈਫ ਲੋਕਾਂ ਸਾਹਮਣੇ ਸਵਿਮ ਕਰੇ। ਸੁਖਵੀਰ ਯੂ ਬਲੈਡੀ ਬੈਕਵਰਡ ਪਾਜੀ ਡਜ਼ ਨਾਟ ਦੈਟ ਥਿੰਗ। ਪੱਛਮੀ ਸੱਭਿਆਚਾਰ ਵਿੱਚ ਵਿਚਰਦੀ ਪ੍ਰਵਾਸੀ ਪੰਜਾਬੀ ਔਰਤ ਪੰਜਾਬੀ ਮਰਦ ਦੀ ਰੂੜੀਵਾਦੀ ਸੋਚ ਤੋਂ ਉੱਪਰ ਉੱਠ ਕੇ ਆਪਣੇ ਲਈ ਆਜ਼ਾਦੀ ਦੀ ਮੰਗ ਕਰਦੀ ਹੈ। ਸੰਕਟ ਉਦੋਂ ਪੈਦਾ ਹੁੰਦਾ ਹੈ ਜਦੋਂ ਬਹੁਤ ਸੱਭਿਆਚਾਰ ਸਮਾਜ ਵਿੱਚ ਰਹਿੰਦਾ ਪ੍ਰਵਾਸੀ ਪੰਜਾਬੀ ਮਰਦ ਆਪਣੀ ਕਮਾਈ ਚ ਤਾਂ ਹਿੱਸਾ ਦੇ ਦਿੰਦਾ ਹੈ, ਪਰ ਪੂਰੀ ਮਾਨਵੀ ਆਜ਼ਾਦੀ ਨਹੀਂ ਦਿੰਦਾ, ਜਿਸ ਕਾਰਨ ਔਰਤ ਦੀ ਸੋਚ ਵਿੱਚ ਡੂੰਘੀ ਤਬਦੀਲੀ ਆਉਂਦੀ ਹੈ। ਉਹ ਪੰਜਾਬੀ ਮਰਦ ਦਾ ਅਤਿਆਚਾਰ ਨਾ ਸਹਿੰਦੀ ਹੋਈ ਆਪਣੇ ਹੱਕਾਂ ਪ੍ਰਤੀ ਲੜਦੀ ਹੈ ਤੇ ਆਪਣੀ ਸੁਤੰਤਰ ਪਛਾਣ ਬਣਾਉਣਾ ਚਾਹੁੰਦੀ ਹੈ। ਇਸ ਦਾ ਬਿੰਬ ਵੀ ਇਸ ਨਾਵਲ ਵਿੱਚ ਪਾਤਰ ਰੇਤ ਨਾਵਲ ਵਿੱਚ ਪਾਤਰ ਰਵੀ ਰਾਹੀਂ ਉਸਦੇ ਮੂੰਹੋਂ ਖਵਾਇਆ ਗਿਆ ਕਿ ਉਹ ਆਪਣੀ ਪਤਨੀ ਨੂੰ ਹੀ ਆਪਣੇ ਘਰ ਟੁੱਟਣ ਦਾ ਕਾਰਨ ਮੰਨਦਾ ਹੈ। ਹੁਣ ਉਸ ਦੀ ਮੈਲ ਬਹੁਤ ਉੱਚੀ ਹੋ ਗਈ ਸੀ। ਘਰ ਵਿੱਚ ਥੋੜਾ ਜਿਹਾ ਵੀ ਝਗੜਾ ਹੁੰਦਾ ਤਾਂ ਇੱਕਦਮ ਕਹਿ ਦਿੰਦੀ, ਮੈਂ ਜੋ ਲੁੱਕ ਰਵੀ, ਮੈਂ ਜੋ ਹਾਂ ਸੋ ਹਾਂ, ਮੇਰੇ ਨਾਲ ਰਹਿਣਾ ਤੇ ਰਹਿ, ਨਹੀਂ ਤੇ ਨਾ ਸਹੀ, ਪਰ ਮੈਨੂੰ ਹੱਥ ਨਹੀਂ ਲਾਉਣਾ ਹੋਏਗਾ, ਜੇ ਹੱਥ ਲਾਇਆ ਤੇ ਅਕਲ ਦੇ ਦੇਵਾਂਗੇ। ਜੀ ਮੁੱਖ ਨੁਕਤਿਆਂ ਦੀ ਗੱਲ ਕਰਕੇ ਤੁਸੀਂ ਜ਼ਰੂਰ ਕਰੋ ਪਲੀਜ਼। ਓਕੇ ਸਰ। ਹਾਂਜੀ, ਇਸ ਤੋਂ ਇਲਾਵਾ ਬਹੁਤ ਸੱਭਿਆਚਾਰਕ ਸਮਾਜਾਂ ਵਿੱਚ ਹਾਈਬ੍ਰਿਡਿਟੀ ਜਿਹੜੀ ਕਿ ਮਿਸ਼ਰਤ ਸੱਭਿਆਚਾਰ ਵਿੱਚੋਂ ਪੈਦਾ ਹੋਈ ਸਾਡੀ ਨਵੀਂ ਪੀੜ੍ਹੀ ਹੈ, ਉਸ ਦੇ ਵੀ ਇੱਥੇ ਕੁਛ ਮੈਂ ਨੁਕਤੇ ਪੇਸ਼ ਕਰਨਾ ਚਾਹੁੰਦੀ ਹਾਂ ਕਿ ਇਹਦਾ ਹਰਜੀਤ ਅਟਵਾਲ ਦਾ ਨਾਵਲ ਹੈ ਬ੍ਰਿਟਿਸ਼ ਬਾਰਨ ਦੇਸੀ। ਇਸ ਦੇ ਵਿੱਚ ਜਿਹੜੇ ਮਿਸ਼ਰਤ ਸੱਭਿਆਚਾਰ ਵਾਲਾ ਪਾਤਰ ਅਮਰ ਹੈ, ਦੀ ਮਾਨਸਿਕ ਸਥਿਤੀ ਨੂੰ ਬਿਆਨਿਆ ਗਿਆ ਹੈ ਕਿ ਮਿਸ਼ਰਤ ਸੱਭਿਆਚਾਰ ਵਿੱਚ ਪੈਦਾ ਹੋ ਕੇ ਵੀ ਉੱਥੋਂ ਦੇ ਕਲਚਰ ਨੂੰ ਅਪਣਾ ਕੇ ਵੀ ਫਿਰ ਵੀ ਉਸ ਦੀ ਜਿਹੜੀ ਮਾਨਸਿਕ ਸਥਿਤੀ ਉਹ ਅਡੋਲ ਰਹਿੰਦੀ ਹੈ। ਅਮਰ ਦਾ ਮਨ ਵੀ ਕਈ ਵਾਰ ਕਾਲਾ ਪੈਣ ਲੱਗਦਾ ਹੈ, ਉਸਨੂੰ ਮਹਿਸੂਸ ਹੋਣ ਲੱਗਦਾ ਜਿਵੇਂ ਸਭ ਕੁਝ ਆਰਜੀ ਜਿਹਾ ਹੋਵੇ, ਇਹ ਸਭ ਨਕਲੀ ਜਿਹਾ, ਉਸ ਦੀ ਸਥਾਈ ਜ਼ਿੰਦਗੀ ਕਿਧਰੇ ਹੋਰ ਹੋਵੇ, ਇਹ ਬੱਚੇ ਪਤਨੀ ਘਰ ਉਸਦੇ ਨਹੀਂ ਹਨ। ਫਿਰ ਸੋਚਦਾ ਹੈ ਕਿ ਸ਼ਾਇਦ ਇਹ ਸੱਭਿਆਚਾਰਕ ਫਰਕ ਕਰਕੇ ਹੀ ਹੈ, ਉਹ ਬਹੁਤ ਇਕੱਲਾ ਰਹਿ ਜਾਂਦਾ ਹੈ। ਇਸੇ ਤਰ੍ਹਾਂ ਹੀ ਇੱਕ ਅਗਲਾ ਨੁਕਤਾ ਹੈ ਜੀ ਮੇਰਾ ਭਾਈਚਾਰਕ ਸਮਾਜ। ਬਹੁਤ ਸੱਭਿਆਚਾਰਕ ਸਮਾਜ ਦੇ ਵਿੱਚ ਜਦੋਂ ਭਾਈਚਾਰਕ ਸਮਾਨਤਾ ਨਾਲ ਇਕੱਠੇ ਰਹਿ ਰਹੇ ਹੁੰਦੇ ਤਾਂ ਉੱਥੋਂ ਦੀ ਜਿਹੜੀ ਮੇਜ਼ਬਾਨ ਗੋਰੇ ਨੇ ਉਹਨਾਂ ਦੇ ਚੇਤਨ ਦੇ ਵਿੱਚ ਸਾਡੇ ਪ੍ਰਵਾਸੀਆਂ ਪ੍ਰਤੀ ਜਿਹੜੀ ਨਸਲੀ ਵਿਤਕਰੇ ਦੀ ਭਾਵਨਾ ਹੈ ਉਹ ਬਹੁਤ ਭਾਰੀ ਹੁੰਦੀ ਹੈ, ਜਿਸ ਕਰਕੇ ਨਾਵਲ ਸੰਤੋਖ ਧਾਲੀਵਾਲ ਦਾ ਨਾਵਲ ਹੈ ਸਰਗੀ, ਜਿਹਦੇ ਵਿੱਚ ਅੰਗਰੇਜ਼ ਪਾਤਰ ਹੈ ਪੈਟਰੀਸ਼ਾ, ਉਸਦੇ ਫਾਦਰ ਉਹ ਆਪਣੇ ਫਾਦਰ ਪ੍ਰਤੀ ਹੀ ਦੱਸਦੀ ਹੈ ਕਿ ਉਸਦੇ ਫਾਦਰ ਦੀ ਕੀ ਸੋਚ ਹੈ, ਜੋ ਕਿ ਇੰਨੀ ਪਾਵਲ ਦੀ ਸੋਚਣੀ ਤੇ ਸਖਤੀ ਨਾਲ ਪਹਿਰਾ ਦਿੰਦਾ ਹੈ ਤੇ ਇੰਗਲੈਂਡ ਵਿੱਚ ਆਉਣ ਵਾਲੇ ਹਰ ਪ੍ਰਵਾਸੀ ਨੂੰ ਰੋਕਣ ਦਾ ਹਿੱਲਾ ਵੀ ਵਰਤਦਾ ਹੈ। ਉਸਦੇ ਹੀ ਇੱਕ ਪੈਟਰੀਸ਼ਾ ਦੇ ਬੋਲਾਂ ਰਾਹੀਂ ਕਿਹਾ, ਉਹ ਅੰਦਰੋਂ ਬਹੁਤ ਨਫ਼ਰਤ ਕਰਦਾ ਸੀ ਹਰ ਕਾਲੇ ਤੇ ਭੂਰੇ ਬੰਦੇ ਨੂੰ, ਪਰ ਬਾਹਰੋਂ ਸਮੁੱਚੇ ਭਾਈਚਾਰੇ 'ਚ ਆਪਣੀ ਭੱਲ ਬਣਾਈ ਰੱਖਣ ਲਈ ਆਪਣੀ ਫੈਕਟਰੀ 'ਚ ਇੱਕ ਦੋ ਪ੍ਰਵਾਸੀ ਕੰਮ ਤੇ ਵੀ ਰੱਖੇ ਹੋਏ ਸਨ, ਗੰਦੀਆਂ ਤੇ ਔਖੀਆਂ ਨੌਕਰੀਆਂ ਤੇ। ਇਸੇ ਤਰ੍ਹਾਂ ਹੀ ਬਹੁਤ ਸੱਭਿਆਚਾਰਕ ਸਮਾਜ ਵਿੱਚ ਜਿਹੜੀ ਸਾਡੀ ਨਵੀਂ ਪੀੜ੍ਹੀ ਹੈ ਉਹ ਕਿਵੇਂ ਗੋਰੇ ਬੱਚਿਆਂ ਦੇ ਮਗਰ ਗੋਰੇ ਬੱਚਿਆਂ ਨੂੰ ਵੀ ਆਪਣਾ ਪ੍ਰੇਰਨਾ ਸਰੋਤ ਮੰਨਦੀ ਹੋਈ ਉਹਨਾਂ ਦੇ ਰਾਹ ਤੇ ਚੱਲਦੀ ਹੈ। ਇਹ ਸੰਤੋਖ ਧਾਲੀਵਾਲ ਦੇ
ਨਾਵਲ ਨੇ ਰਿਸ਼ਤਿਆਂ ਦੇ ਮਾਰੂਥਲ ਤੇ ਸੁਲਗ ਦੇ ਸੁਪਨੇ ਵਿੱਚੋਂ ਲਿਆ ਗਿਆ ਹੈ। ਇਹ ਕੁੜੀਆਂ ਵੀ ਪੀ ਲੈਂਦੀਆਂ ਨੇ ਸਿਗਰਟ? ਮੈਂ ਹੈਰਾਨ ਹੁੰਦਿਆਂ ਕੁਲਦੀਪ ਨੂੰ ਪੁੱਛਿਆ। ਅੱਗੋਂ ਕੁਲਦੀਪ, ਸਭ ਖੇ ਖਾਂਦੀਆਂ ਨੇ ਗੋਰੀਆਂ ਦੇ ਮਗਰ ਲੱਗ ਕੇ। ਅੱਗ ਲੱਗੀ ਹੋਈ ਏ ਅੱਜ ਕੱਲ ਦੇ ਜਵਾਕਾਂ ਨੂੰ। ਨਵੀਂ ਪੀੜ੍ਹੀ ਦੇ ਬੱਚੇ ਗੋਰਿਆਂ ਦੇ ਬੱਚਿਆਂ ਵਾਂਗ ਆਜ਼ਾਦੀ ਨਾਲ ਜ਼ਿੰਦਗੀ ਜੀਣ ਨੂੰ ਪਹਿਲ ਦੇਣ ਲੱਗ ਜਾਂਦੇ ਹਨ, ਜਿਸ ਕਾਰਨ ਉਹਨਾਂ ਦੇ ਆਪਣੇ ਮਾਪਿਆਂ ਪ੍ਰਤੀ ਰਵੱਈਆ ਬਦਲ ਜਾਂਦਾ ਹੈ। ਨਵੀਂ ਪੀੜ੍ਹੀ ਦੇ ਬੱਚਿਆਂ ਲਈ ਮੂਲ ਸਮੱਸਿਆ ਇਹ ਹੁੰਦੀ ਕਿ ਉਹਨਾਂ ਦੇ ਮਾਪੇ ਇੰਗਲੈਂਡ ਰਹਿੰਦੇ ਹੋਏ ਵੀ ਮਾਨਸਿਕ ਤੌਰ ਤੇ ਪੰਜਾਬ ਵਿਚਲੀਆਂ ਕਦਰਾਂ ਕੀਮਤਾਂ ਨਾਲ ਜੁੜੇ ਹੋਏ ਹਨ। ਇਹ ਕਦਰਾਂ ਕੀਮਤਾਂ ਨਵੀਂ ਪੀੜ੍ਹੀ ਦੇ ਬੱਚਿਆਂ ਨੂੰ ਆਪਣੀ ਆਜ਼ਾਦੀ ਲਈ ਅੜਿੱਕਾ ਲੱਗਦੀਆਂ ਹਨ। ਨਾਵਲ ਵਿਚਲੀ ਜਿਹੜੀ ਪਾਤਰ ਹੈ ਪਰਮ, ਉਸ ਰਾਹੀਂ ਕੀ ਕਹਿਣਗੇ ਲੋਕੀ, ਡੈਡੀ ਇਹੋ ਕਿ ਬਲਕਾਰ ਸਿੰਘ ਗਿੱਲ ਦੀ ਧੀ ਇੱਕ ਗੋਰੇ ਨਾਲ ਅਣਵਿਆਹੀ ਰਹਿ ਰਹੀ ਹੈ? ਇਹ ਤਾਂ ਘਰ ਘਰ ਹੋ ਰਿਹਾ ਹੈ। ਡੈਡੀ, ਅਸੀਂ ਤੁਹਾਡੀਆਂ ਲਕੀਰਾਂ ਅੰਦਰ ਨਹੀਂ ਰਹਿ ਸਕਦੇ। ਜੇ ਸਾਨੂੰ ਪੰਜਾਬੀ ਤੇ ਭਾਰਤੀ ਬਣਾ ਕੇ ਰੱਖਣਾ ਸੀ ਤਾਂ ਤੁਸੀਂ ਉੱਥੇ ਹੀ ਰੱਖ ਕੇ ਪੜਾਉਣਾ ਸੀ। ਅਸੀਂ ਆਪੇ ਹੀ ਪੰਜਾਬੀ ਰਹਿਣਾ ਸੀ। ਜਿਸ ਸਮਾਜ ਸੱਭਿਆਚਾਰ ਚ ਅਸੀਂ ਜੰਮੇ ਪਲੇ ਤੇ ਪੜ੍ਹੇ ਹਾਂ, ਰਹਿ ਰਹੇ ਹਾਂ, ਉੱਥੋਂ ਦੀਆਂ ਕਦਰਾਂ ਕੀਮਤਾਂ ਹੀ ਸਾਨੂੰ ਅਪਣਾਉਣੀਆਂ ਪੈਣੀਆਂ। ਇਸੇ ਤਰ੍ਹਾਂ ਹੀ ਮੈਂ ਬਾਲਾ ਨਾਵ ਪੜ੍ਹਦੀ ਹੋਈ ਲਾਸਟ ਦੇ ਵਿੱਚ ਮੈਂ ਸ਼ਿਵਚਰਨ ਗਿੱਲ ਦੇ ਨਾਵਲ ਦੀ ਹੀ ਗੱਲ ਕਰੂੰਗੀ ਕਿ ਸ਼ਿਵਚਰਨ ਗਿੱਲ ਨੇ ਆਪਣੇ ਨਾਵਲ ਮੋਹ ਚਾਲ ਦੇ ਵਿੱਚ ਬਹੁਤ ਪਛਾਣਾਂ ਵਾਲੇ ਲੋਕਾਂ ਦੀ ਆਪਸੀ ਸਾਂਝ ਨੂੰ ਵੀ ਵਿਸ਼ਾ ਬਣਾਇਆ ਹੈ। ਇਹ ਨਹੀਂ ਕਿ ਇਕੱਲਾ ਸਾਡਾ ਉੱਥੋਂ ਦੇ ਪ੍ਰਵਾਸ ਦੇ ਵਿੱਚ ਸਾਡਾ ਉਹਨਾਂ ਨਾਲ ਕਲਚਰ ਨਹੀਂ ਮਿਲਦਾ ਕਿ ਸਾਡੀ ਉਹਨਾਂ ਨਾਲ ਬਣਦੀ ਨਹੀਂ, ਇਸ ਤੋਂ ਇਲਾਵਾ ਸਾਡੇ ਵਿੱਚ ਬਹੁਤ ਸਾਰੀਆਂ ਸਾਂਝਾਂ ਵੀ ਹਨ। ਬਹੁਤ ਸੱਭਿਆਚਾਰ ਸਮਾਜ ਵਿੱਚ ਰਹਿੰਦੇ ਬਹੁਤ ਪਛਾਣਾਂ ਵਾਲੇ ਲੋਕ ਰੰਗ, ਨਸਲ, ਧਰਮਾਂ ਤੋਂ ਉੱਪਰ ਉੱਠ ਕੇ ਮਾਨਵੀ ਸਾਂਝ ਤੇ ਸਹਿਯੋਗ ਦਾ ਰਿਸ਼ਤਾ ਬਣਾਉਣ ਵੱਲ ਵੀ ਰੁਚਿਤ ਦਿਖਾਈ ਦਿੰਦੇ ਹਨ। ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਮੇਰੇ ਪੇਪਰ ਦਾ ਵਿਸ਼ਾ ਹੈ ਪ੍ਰਵਾਸੀ ਕਵਿਤਰੀ ਸੁਰਿੰਦਰ ਕੌਰ ਚਾਹਲ ਦੀ ਕਾਵਿ ਭਾਸ਼ਾ। ਪਰ ਮੈਂ ਕਾਵਿ ਭਾਸ਼ਾ ਬਾਰੇ ਜੋ ਦੱਸਣਾ ਸੀ ਉਹ ਚੱਲ ਮੈਂ ਨਹੀਂ ਦੱਸਦਾ, ਕਿਉਂ ਟਾਈਮ ਬਹੁਤ ਥੋੜਾ ਸਰ ਜਿਵੇਂ ਕਹਿ ਰਹੇ ਆ। ਮੈਂ ਸਿੱਧਾ ਸੁਰਿੰਦਰ ਕੌਰ ਦੀ ਜਿਹੜੀ ਭਾਸ਼ਾ ਹੈ ਜਾਂ ਕਾਵਿ ਭਾਸ਼ਾ ਉੱਥੇ ਗੱਲ ਕਰਾਂਗਾ। ਸ਼ੁਰੂ ਵਿੱਚ ਇਹ ਗੱਲ ਕਹਿਣਾ ਚਾਹੁੰਦਾ ਵੀ ਸੁਰਿੰਦਰ ਕੌਰ ਚਾਹਲ ਕੈਨੇਡਾ ਵਿੱਚ ਵਸਦੀ ਪੰਜਾਬੀ ਸਾਹਿਤ ਵਿੱਚ ਇੱਕ ਨਵੇਕਲੀ ਸ਼ਾਇਰਾ ਹੈ। ਉਹ ਆਪਣੀ ਕਵਿਤਾ ਰਾਹੀਂ ਮਨੁੱਖ ਦੀਆਂ ਯਾਦਾਂ ਤੇ ਬਦਲਦੇ ਪੇਂਡੂ ਸੱਭਿਆਚਾਰ ਦੀ ਬਾਤ ਪਾਉਂਦੀ ਹੈ। ਹੁਣ ਤੱਕ ਉਹਨਾਂ ਦੀਆਂ 2 ਕਾਵਿ ਪੁਸਤਕਾਂ ਆ ਚੁੱਕੀਆਂ ਨੇ, ਪਹਿਲੀ ਕੁੰਜੀਆਂ, ਦੂਜੀ ਭੌਣੀ 2016 ਵਿੱਚ ਆਈ ਹੈ। ਇਹਨਾਂ ਦੋਨਾਂ ਕਿਤਾਬਾਂ ਨੂੰ ਜੇ ਅਸੀਂ ਦੇਖੀਏ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਉਹਨਾਂ ਦੀ ਜ਼ਿਆਦਾਤਰ ਜਿਹੜੀ ਕਵਿਤਾਵਾਂ ਨੇ ਉਹ ਸਮ੍ਰਿਤੀਆਂ ਯਾਦਾਂ ਵਿੱਚੋਂ ਸਿਰਜੀਆਂ ਹੋਈਆਂ ਨੇ। ਸੁਰਿੰਦਰ ਆਪਣੇ ਪਿਛੋਕੜ ਨੂੰ ਨਵੇਂ ਸਿਰਿਓਂ ਨਵੇਕਲੀ ਕਾਵਿ ਭਾਸ਼ਾ ਰਾਹੀਂ ਸਿਰਜਦੀ ਹੈ। ਇਹ ਨਜ਼ਮਾਂ ਜੋ ਕਿ ਮਨੁੱਖ ਦੀ ਮਾਨਸਿਕਤਾ ਨਾਲ ਵੀ ਸੰਵਾਦ ਰਚਾਉਂਦੀਆਂ ਨੇ। ਸੁਰਿੰਦਰ ਚਾਹੇ ਕੈਨੇਡਾ ਵਿੱਚ ਰਹਿ ਰਹੀ ਹੈ, ਪਰ ਫਿਰ ਵੀ ਉਹ ਪੰਜਾਬ ਦੀ ਰਹਿਤਣ ਨਾਲ ਤੁਰ ਤੋਂ ਜੁੜੀ ਹੋਈ ਆਪਣੇ ਕਾਵਿ ਸੰਸਾਰ ਵਿੱਚ ਪੇਸ਼ ਹੁੰਦੀ ਹੈ। ਸੁਰਿੰਦਰ ਕੌਰ ਚਾਹਲ ਦੀ ਕਾਵਿ ਭਾਸ਼ਾ ਦੀ ਪਹਿਲੀ ਜੁਗਤ ਇਹ ਹੈ ਕਿ ਉਹ ਕਿਸੇ ਵੀ ਚੀਜ਼ ਵਸਤੂ ਬਾਰੇ ਜਦੋਂ ਕਵਿਤਾ ਲਿਖਦੀ ਹੈ, ਉਹ ਉਸ ਨਾਲ ਇੱਕ ਸੁਰ ਹੁੰਦੀ ਹੋਈ ਆਪਣੇ ਅਨੁਭਵ ਵਿੱਚੋਂ ਹੀ ਕਵਿਤਾ ਨੂੰ ਸਹਿਜੇ ਸਿਰਜ ਲੈਂਦੀ ਹੈ। ਸ਼ਾਇਰਾ ਉਪਭਾਸ਼ਾ ਮਲਵਈ ਨੂੰ ਜਿਹੜੀ ਭਾਸ਼ਾ ਹੈ ਉਹ ਜ਼ਿਆਦਾ ਕੇਂਦਰ ਬਿੰਦੂ ਬਣਾਉਂਦੀ ਹੈ। ਉਹ ਆਪਣੇ ਆਲੇ ਦੁਆਲੇ ਵਿਚਰ ਰਹੇ ਲੋਕਾਂ ਦੀ ਭਾਸ਼ਾ ਨੂੰ ਅਹਿਮੀਅਤ ਦਿੰਦੀ ਹੈ। ਸ਼ਾਇਦ ਉਸਦੇ ਮਨ ਵਿੱਚ ਇਹ ਗੱਲ ਜ਼ਰੂਰ ਚੱਲਦੀ ਹੋਵੇਗੀ ਕਿ ਉਸਦੀ ਜਿਹੜੀ ਕਵਿਤਾ ਹੈ ਉਹ ਆਮ ਪਾਠਕ ਦੇ ਅੰਗ ਸੰਗ ਹੋਣੀ ਜ਼ਰੂਰੀ ਹੈ। ਇਸ ਲਈ ਕਵਿਤਰੀ ਵੱਡੇ ਵੱਡੇ ਵਾਕ ਤੇ ਭਾਰੇ ਭਾਰੇ ਸ਼ਬਦਾਂ ਤੋਂ ਗੁਰੇਜ਼ ਕਰਦੀ ਹੈ। ਬਸ ਉਹ ਥੋੜੇ ਜਿਹੇ ਸ਼ਬਦਾਂ ਨਾਲ ਵੱਡੀ ਗੱਲ ਕਹਿਣ ਵਿੱਚ ਸਫਲ ਹੁੰਦੀ ਹੈ। ਜਿਵੇਂ ਉਹਨਾਂ ਦੀ ਕਵਿਤਾ ਹੈ, ਉਹਦੇ ਵਿੱਚ ਸਾਨੂੰ ਬਹੁ ਅਰਥਤਾ ਲੈ ਕਾਵਿ ਜੁਗਤਾਂ ਦੇਖਣ ਨੂੰ ਮਿਲਦੀਆਂ ਨੇ। ਚੀਜ਼ਾਂ ਸਾਂਭਦੀ ਸਾਂਭਦੀ ਮੈਂ ਆਪਣੇ ਆਪ ਨੂੰ ਸਾਂਭਣਾ ਭੁੱਲ ਗਈ, ਮੈਂ ਭੁਲੱਕੜ ਤਾਂ ਨਹੀਂ ਸੀ। ਜਾਂ ਅੱਗੇ ਹੈਗੀ ਕਵਿਤਾ, ਜੇ ਆਉਣਾ ਹੀ ਹੈ ਵੇਲਾ ਕਵੇਲਾ ਨਾ ਵੇਖ ਬੂਹਾ ਖੁੱਲਾ। ਸੁਰਿੰਦਰ ਦੀ ਸਾਰੀ ਕਵਿਤਾ ਛੰਦ ਮੁਕਤ ਪਰ ਲੈ ਜੁਗਤ ਦੀ ਹੈ। ਉਸ ਕੋਲ ਆਪਣੀ ਗੱਲ ਪਾਠਕ ਤੱਕ ਪਹੁੰਚਾਉਣ ਦਾ ਇੱਕ ਆਪਣਾ ਢੰਗ ਹੈ। ਉਹ ਕਵਿਤਾ ਨੂੰ ਬੰਨ੍ਹ ਕੇ ਨਹੀਂ ਰੱਖਦੀ। ਸਾਨੂੰ ਉਸ ਦੀ ਕਵਿਤਾ ਵਿੱਚ ਕਿਤੇ ਵੀ ਕੋਈ ਬਿੰਦੀ, ਡੰਡੀ, ਕੌਮੇ ਦੀ ਵਰਤੋਂ ਕੀਤੀ ਹੋਈ ਨਹੀਂ ਮਿਲਦੀ। ਬਸ ਉਹ ਇੱਕ ਆਪਣਾ ਵਿਚਾਰ, ਆਪਣਾ ਵਹਾਅ ਸਰੋਤੇ ਤੱਕ ਪਹੁੰਚਾ ਦਿੰਦੀ ਹੈ। ਸ਼ਾਇਰਾ ਘੱਟ ਸ਼ਬਦਾਂ ਦੀ ਕਲਾ ਨਾਲ ਪਾਠਕ ਨੂੰ ਕਵਿਤਾ ਨਾਲ ਜੋੜ ਲੈਂਦੀ ਹੈ। ਇਸੇ ਲਈ ਕਵਿਤਰੀ ਘੱਟ ਸ਼ਬਦਾਂ ਦੀ ਤੇ ਖੁੱਲੀ ਕਵਿਤਾ ਵਿੱਚ ਰਚਨ ਵਿੱਚ ਜ਼ਿਆਦਾ ਵਿਸ਼ਵਾਸ ਰੱਖਦੀ ਹੈ। ਕਾਵਿ ਭਾਸ਼ਾ ਵਿੱਚ ਅਗਲੀ ਕਾਵਿ ਜੁਗਤ ਇਹ ਹੈ ਕਿ ਜਦੋਂ ਵੀ ਸ਼ਾਇਰਾ ਚੀਜ਼ਾਂ ਵਸਤਾਂ ਨੂੰ ਆਪਣੀ ਕਵਿਤਾ ਵਿੱਚ ਪੇਸ਼ ਕਰਦੀ ਹੈ ਤਾਂ ਮਾਨਵ ਵਾਂਗ ਜਿਹੜਾ ਵਿਵਹਾਰ ਕਰਦੀਆਂ ਨੇ ਚੀਜ਼ਾਂ, ਉਸ ਤਰ੍ਹਾਂ ਪ੍ਰਤੀਤ ਹੁੰਦੀਆਂ ਨੇ, ਜਿਸ ਨੂੰ ਅਸੀਂ ਮਾਨਵੀਕਰਨ ਦੀ ਕਾਵਿ ਜੁਗਤ ਵੀ ਕਹਿ ਸਕਦੇ ਹਾਂ। ਉਹ ਪਾਠਕ ਨੂੰ ਇਸ ਤਰ੍ਹਾਂ ਲੱਗਦੀਆਂ ਨੇ ਕਿ ਉਹ ਜਿਵੇਂ ਚੀਜ਼ਾਂ ਜਾਂ ਜਿਹੜੀਆਂ ਵਸਤੂਆਂ ਨੂੰ ਆਪਣੇ ਕਵਿਤਾ ਵਿੱਚ ਸ਼ਾਮਲ ਕਰਦੀ, ਉਹ ਮਨੁੱਖ ਵਾਂਗ ਵਿਵਹਾਰ ਕਰ ਰਹੀਆਂ ਨੇ। ਜਿਵੇਂ ਉਹਨਾਂ ਦੇ ਅੱਗੇ ਕਵਿਤਾ ਦੇਖ ਸਕਦੇ ਹਾਂ, ਹਵਾ ਵਗ ਰਹੀ ਹੈ ਘਬਰਾਈ ਘਬਰਾਈ, ਕਦੇ ਦੱਖਣ ਕਦੇ ਉੱਤਰ ਨੂੰ, ਠੰਡੀ ਠਾਰ ਬਰਫ਼ ਲੱਦੀ, ਕਦੇ ਪੁਰੇ ਨੂੰ ਹੋ ਜਾਂਦੀ ਹੈ ਕਦੇ ਪੱਛੋਂ ਨੂੰ। ਸੁਰਿੰਦਰ ਜ਼ਿਆਦਾਤਰ ਕਾਵਿ ਭਾਸ਼ਾ ਵਿੱਚ ਸ਼ਬਦਾਂ ਨਾਲ ਦ੍ਰਿਸ਼ ਸਿਰਜਣ ਦੀ ਕਾਵਿ ਜੁਗਤ ਵਰਤਦੀ ਹੈ। ਉਹ ਆਪਣੇ ਆਲੇ ਦੁਆਲੇ ਵਾਤਾਵਰਣ ਵਿੱਚੋਂ ਹੀ ਬਿੰਬਾਂ ਨੂੰ ਤਰਾਸ਼ ਲੈਂਦੀ ਹੈ। ਉਹ ਬਿੰਬਾਂ ਤੋਂ ਦੂਰ ਨਹੀਂ, ਸਗੋਂ ਉਹਨਾਂ ਨਾਲ ਜੁੜੀ ਹੋਈ ਮਹਿਸੂਸ ਹੁੰਦੀ ਹੈ। ਜੇ ਉਹਨਾਂ ਦੇ ਕਾਵਿ ਜਗਤ ਵਿੱਚ ਵੇਖੀਏ ਅਸੀਂ ਤਾਂ ਨਾਦ ਬਿੰਬ, ਅਲੰਕਾਰ, ਰੂਪਕ, ਬਹੁ ਅਰਥਾ, ਵਿਅੰਗ,
ਪ੍ਰਤੀਕ ਲੈ ਇਹ ਕਾਵਿ-ਜੁਗਤਾਂ ਦੇਖਣ ਨੂੰ ਮਿਲਦੀਆਂ ਨੇ। ਅੱਗੇ ਉਹਨਾਂ ਦੇ ਜੇ ਅਸੀਂ ਉਪਮਾ ਅਲੰਕਾਰ ਦੀ ਵਰਤੋਂ ਦੇਖ ਸਕਨੇ ਆ, ਸਾਫ਼ ਅਸਮਾਨ ਚਮਕਦੇ ਤਾਰਿਆਂ ਵਾਂਗ ਹੁਣ ਉਸ ਦੀਆਂ ਅੱਖਾਂ ਵਿੱਚ ਸ਼ਰਾਰਤ ਨਹੀਂ, ਸਹਿਜ ਹੈ, ਕੋਈ ਕਾਲ ਨਹੀਂ, ਘਬਰਾਹਟ ਨਹੀਂ, ਸਹਿਜ ਨਾਲ ਵਿਚਰ ਰਹੀ ਹੈ ਜ਼ਿੰਦਗੀ। ਇਸੇ ਤਰ੍ਹਾਂ ਅਸੀਂ ਆਖਰ ਵਿੱਚ ਕਹਿ ਸਕਦੇ ਹਾਂ ਕਿ ਸੁਰਿੰਦਰ ਕੌਰ ਚਾਹਲ ਆਪਣੇ ਕਾਵਿ ਸੰਸਾਰ ਵਿੱਚ ਕਲਪਨਾ ਘੱਟ ਤੇ ਸੱਚਾਈ ਨੂੰ ਜ਼ਿਆਦਾ ਬਿਆਨ ਕਰਦੀ ਹੈ। ਉਹ ਆਪਣੀ ਕਾਵਿ ਕਿਰਤ ਨੂੰ ਜ਼ਿੰਦਗੀ ਦੇ ਅਨੁਭਵਾਂ ਵਿੱਚੋਂ ਹੀ ਸਿਰਜਦੀ ਹੈ। ਸੁਰਿੰਦਰ ਕੌਰ ਚਾਹਲ ਕੋਲ ਜਿਹੜੇ ਕਾਵਿ ਗੁਣ ਨੇ ਜਿਨ੍ਹਾਂ ਰਾਹੀਂ ਉਹ ਕਾਵਿ ਭਾਸ਼ਾ ਨੂੰ ਬਣਾਉਂਦੀ ਹੈ ਉਹ ਹਨ ਬਿੰਬ, ਪ੍ਰਤੀਕ, ਰਸ, ਲੈ, ਅਲੰਕਾਰ, ਵਿਰੋਧਾਭਾਸ, ਛੰਦ, ਵਿਅੰਗ ਆਦਿ ਹਨ। ਇਹਨਾਂ ਦੀ ਕਾਵਿ ਜੁਗਤ ਨਾਲ ਹੀ ਉਹ ਆਪਣਾ ਇੱਕ ਕਾਵਿ ਭਾਸ਼ਾ ਦਾ ਵੱਖਰਾ ਸੰਸਾਰ ਸਿਰਜਣ ਵਿੱਚ ਸਫਲ ਹੁੰਦੀ ਹੈ। ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਹੈਗਾ ਰਵਿੰਦਰ ਰਵੀ ਦਾ ਨਾਟਕ ਰੂਹ ਪੰਜਾਬ ਦੀ ਪੰਜਾਬੀ ਰੰਗਮੰਚ ਤੇ ਨਾਟਕ ਦੇ ਇਤਿਹਾਸ ਵਿੱਚ ਇੱਕ ਨਿਵੇਕਲੀ ਕਿਸਮ ਦਾ ਲਘੂ ਗੀਤ ਨਾਟਕ ਹੈ ਜਿਸ ਨੂੰ ਮੈਂ ਤੈਨੂੰ ਕਹਿ ਸਕਦਾ। ਹਾਂਜੀ ਸਰ। ਮੈਂ ਤੈਨੂੰ ਕਹਿ ਸਕਦਾ ਸਰ ਆਵਾਜ਼ ਨਹੀਂ ਆ ਰਹੀ ਸਰ। ਮੈਂ ਕਿਹਾ ਸੰਖੇਪ ਠੀਕ ਹੈ। ਹਾਂਜੀ 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 ਕਹਿ ਸਕਦਾ। ਹਾਂਜੀ, ਠੀਕ ਹੈ। ਇਹ ਪ੍ਰਯੋਗਵਾਦੀ ਆਧੁਨਿਕ ਤਕਨੀਕਾਂ ਤੇ ਵਰਤਮਾਨ ਦੇ ਸਮਾਜਿਕ, ਆਰਥਿਕ, ਇਤਿਹਾਸਿਕ ਤੇ ਰਾਜਸੀ ਸਰੋਕਾਰਾਂ ਦੀ ਅਭਿਵਿਅਕਤੀ ਕਰਦਾ ਹੈ। ਹਰ ਸਾਹਿਤਕ ਕਿਰਤ ਆਪਣੇ ਵਰਤਮਾਨ ਦੇ ਹਾਲਾਤਾਂ, ਪਰਿਸਥਿਤੀਆਂ ਵਿੱਚੋਂ ਉਗਮਦੀ ਹੈ ਅਤੇ ਸਮਕਾਲੀਨ ਇਤਿਹਾਸਕ ਲੇਖਕ ਸਮੇਂ ਦੀ ਵਿਸ਼ੇਸ਼ ਸਮਾਜਿਕ ਸਥਿਤੀ ਅਤੇ ਉਸ ਵਿਚਲੇ ਸਮਾਜਿਕ ਸਰੋਕਾਰਾਂ ਅਤੇ ਕਿਸੇ ਨਾ ਕਿਸੇ ਰੂਪ ਵਿੱਚ ਆਈ ਤਬਦੀਲੀ ਪ੍ਰਤੀ ਸੁਚੇਤ ਜਾਂ ਅਚੇਤ ਰੂਪ ਵਿੱਚ ਤਿੱਖੀ ਚੇਤਨਾ ਰੱਖਦਾ ਹੈ। ਉਸ ਤਬਦੀਲੀ ਦਾ ਆਭਾਸ ਲੇਖਕ ਦੀ ਇਸ ਰਚਨਾਤਮਕ ਪ੍ਰਤੀਕਿਰਿਆ ਦੇ ਮੂਲ ਵਿੱਚੋਂ ਦ੍ਰਿਸ਼ਟੀਗੋਚਰ ਹੁੰਦਾ ਹੈ। ਰਵੀ ਦੁਆਰਾ ਰਚਿਤ ਗੀਤ ਨਾਟਕ ਰੂਹ ਪੰਜਾਬ ਦੀ ਪੰਜਾਬ ਸੰਕਟ ਦੇ ਦੌਰ ਦੀ ਰਚਨਾ ਹੈ। ਇਸ ਵਿੱਚ ਫਿਰਕਾ ਪ੍ਰਸਤੀ, ਹਿੰਸਾਵਾਦ, ਅੱਤਵਾਦ ਅਤੇ ਪੰਜਾਬ ਵਿੱਚ ਫੈਲੀ ਅਰਾਜਕਤਾ, ਅਸ਼ਾਂਤੀ ਅਤੇ ਸੱਤਾ ਦੇ ਅਮਾਨਵੀ ਸਰੋਕਾਰਾਂ ਨੂੰ ਅਭਿਵਿਅਕਤ ਕਰਦਾ ਹੈ। ਪੰਜਾਬ ਵਿੱਚ ਦਿਨ ਬ ਦਿਨ ਨਿਗਰ ਰਹੀ ਵਿਵਸਥਾ ਅਤੇ ਵਿਕਰਾਲ ਰੂਪ ਨੂੰ ਨਾਟਕਕਾਰ ਨੇ ਪ੍ਰਤੀਕਾਤਮਕ ਅਤੇ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਸੱਤਾ ਤੇ ਕਟਾਕਸ਼ ਕਰਦਿਆਂ ਹੋਇਆਂ ਇਸ ਦੇ ਨਾਲ ਹੀ ਨਾਲ ਇਸ ਵਿੱਚ ਸਮਕਾਲ ਦੇ ਹਾਲਾਤਾਂ ਵਿੱਚ ਸਥਾਪਿਤ ਰਾਜਸੀ ਸ਼ਕਤੀਆਂ ਦਾ ਖੰਡਨ ਤੇ ਇਨਸਾਨੀਅਤ ਦੀ ਹੋ ਰਹੀ ਖੰਡਿਤ ਨੂੰ ਆਪਣੇ ਨਾਟਕ ਦੀ ਮੁੱਖ ਸੁਰ ਵਜੋਂ ਅਪਣਾਇਆ ਹੈ। ਇਸ ਨਾਟਕ ਦਾ ਆਰੰਭ ਹੀ ਮਾਨਵੀ ਪੰਜਾਬ ਦੇ ਮੌਜੂਦਾ ਸੰਕਟ ਦੇ ਦੌਰ ਵਿੱਚ ਉਪਜੀ ਅਮਨ ਮਾਰਚ ਦੀ ਲਹਿਰ ਤੋਂ ਹੁੰਦਾ ਹੈ। ਪੰਜਾਬ ਵਿੱਚ ਅੱਤਵਾਦ ਅਤੇ ਭਾਈਚਾਰਕ ਸਾਂਝ ਦਾ ਦਿਨੋਂ ਦਿਨ ਹੋ ਰਿਹਾ ਘਾਣ, ਇਸ ਪਿੱਛੇ ਸਮਾਜ ਵਿੱਚ ਫੈਲੀ ਹਨੇਰਗਰਦੀ ਵਿਰੁੱਧ ਨਾਟਕਕਾਰ ਨੇ ਹਿੰਸਾਵਾਦ ਅਤੇ ਅੱਤਵਾਦ ਦੇ ਵਿਸ਼ਵ ਸੰਸਾਰਿਕ ਪੱਧਰ ਤੇ ਉਪਜੀ ਫੈਲੀ ਸਮੱਸਿਆ ਨੂੰ ਆਪਣੀ ਮਾਤਰ ਭੂਮੀ ਤੋਂ ਕੋਹਾਂ ਦੂਰ ਬੈਠ ਕੇ ਮਹਿਸੂਸ ਕੀਤਾ ਹੈ। ਰਵੀ ਦਾ ਆਪਣਾ ਸਵੈ ਕਥਨ ਹੈ ਕਿ ਇੱਕ ਪਾਸੇ ਤਾਂ ਮੇਰੀ ਸਹੁੰ ਜੇ ਮੇਰੀ ਅਤੀ ਪਿਆਰੀ ਮਾਤਰ ਭੂਮੀ ਤੇ ਦੂਜੇ ਪਾਸੇ ਸਮੁੱਚੇ ਸੰਸਾਰ ਵਿੱਚ ਫੈਲੀ ਅਸ਼ਾਂਤੀ। ਇਹ ਗੀਤ ਨਾਟਕ ਪੰਜਾਬ ਬਾਰੇ ਹੁੰਦਾ ਹੋਇਆ ਆਪਣੇ ਤਾਣੇ ਪੇਟੇ ਵਿੱਚ ਸਮੁੱਚੇ ਗਲੋਬਲੀ ਅਤੇ ਬ੍ਰਹਿਮੰਡ ਦੇ ਵਿਆਪਕ ਸੱਚ ਨੂੰ ਸਮੋਈ ਬੈਠਾ ਹੈ, ਕਿਉਂਕਿ ਇਸ ਨਾਟਕ ਰਾਹੀਂ ਨਾਟਕਕਾਰ ਨੇ ਪੰਜਾਬ ਦੀ ਸਮੱਸਿਆ ਤੋਂ ਹੁੰਦਾ ਹੋਇਆ ਵਿਸ਼ਵ ਵਿਆਪੀ ਪੱਧਰ ਦੀਆਂ ਸਮੱਸਿਆ ਤੇ ਕਟਾਕਸ਼ ਕਰਦਾ ਹੈ, ਪਰੰਤੂ ਸਮੁੱਚੀ ਪੰਜਾਬੀ ਅਤੇ ਪੰਜਾਬੀਅਤ ਇਨਸਾਨੀਅਤ ਨੂੰ ਇਕਜੁੱਟ ਹੋਇਆ ਵੇਖਣਾ ਚਾਹੁੰਦਾ ਹੈ, ਜੋ ਇਸ ਨਾਟਕ ਵਿੱਚ ਪ੍ਰਤੀਤ ਹੁੰਦਾ ਹੈ। ਇਸ ਨਾਟਕ ਵਿੱਚ ਫੈਲੀ ਹਨੇਰਗਰਦੀ ਅਤੇ ਸੰਕਟਕਾਲੀਨ ਪਰਿਸਥਿਤੀਆਂ ਨਾਲ ਨਜਿੱਠਿਆ ਜਾ ਸਕੇ। ਰਵਿੰਦਰ ਰਵੀ ਆਪਣੇ ਨਾਟਕ ਰਾਹੀਂ ਪੰਜਾਬ ਦੇ ਸੁਨਹਿਰੇ ਭਵਿੱਖ ਦੀ ਆਸ ਵਿੱਚ ਨਾਟਕ ਦਾ ਆਰੰਭ ਵਿਰੋਧ ਅਤੇ ਆਸ਼ਾਵਾਦੀ ਨਜ਼ਰੀਏ ਤੋਂ ਕਰਦਾ ਹੈ। ਪੰਜਾਬ ਦੀ ਵਰਤਮਾਨੀ ਸਮੱਸਿਆ ਪ੍ਰਤੀ ਚਿੰਤਾਜਨ ਨਾਟਕਕਾਰ ਨੇ ਹਿੰਸਾਵਾਦ ਘਟਨਾਵਾਂ ਤੇ ਅੱਤਵਾਦ ਅਤੇ ਪੰਜਾਬ ਦੀਆਂ ਫਿਰਕੂ ਘਟਨਾਵਾਂ ਨੂੰ ਪਿਛੋਕੜ ਵਿੱਚ ਰੱਖ ਕੇ ਪੰਜਾਬ ਦੇ ਅੱਤਵਾਦ ਅਤੇ ਉਕਤ ਮਸਲਿਆਂ ਨੂੰ ਪੀੜਤ ਸੰਕਟਗ੍ਰਸਤ ਦੌਰ ਵਿੱਚ ਵਿਚਰ ਰਹੇ ਸਿਆਸਤ ਦੇ ਅਮਾਨਵੀ ਮਖੌਠੀ ਚਿਹਰੇ ਵਿੱਚ ਛੁਪੇ ਅਸਲ ਚਿਹਰੇ ਦੀ ਤਸਵੀਰ ਨੂੰ ਨੰਗਾ ਕਰਦਾ ਹੈ। ਨਾਟਕ ਸਿਰਫ ਸਮੱਸਿਆਵਾਂ ਨੂੰ ਇਤਿਹਾਸਕ ਘਟਨਾਵਾਂ ਬਣਾ ਕੇ ਸਿਰਫ ਨਾਟਕੀ ਰੂਪਾਂਤਰਨ ਨਹੀਂ ਕਰਦਾ, ਸਗੋਂ ਪੰਜਾਬ ਵਿੱਚ ਵਾਪਰੇ ਇਸ ਤਰਾਸਦੀ ਘਟਨਾਵਾਂ ਦੀ ਜਾਂਚ ਵਜੋਂ ਇਤਿਹਾਸ ਦੇ ਉਹਨਾਂ ਪੰਨਿਆਂ ਨੂੰ ਫਰੋਲਦਾ ਹੈ ਤੇ ਉਹਨਾਂ ਜੜ੍ਹਾਂ ਦੀ ਤਲਾਸ਼ ਕਰਦਾ ਹੈ ਜਦੋਂ ਸੱਤ ਸਿੰਧੂ ਤੋਂ 7 ਦਰਿਆਵਾਂ ਦੀ ਧਰਤੀ ਤੇ 5 ਪਚਨੰਦ ਤੋਂ 5 ਦਰਿਆਵਾਂ ਦੀ ਧਰਤੀ ਵਿੱਚ ਰੂਪਾਂਤਰਨ ਹੋਇਆ, ਉਸ ਨੂੰ ਅਜੋਕੇ ਪੰਜਾਬ ਦੇ ਸੰਕਟ ਨਾਲ ਜੋੜਦਾ ਹੈ ਅਤੇ ਅੰਗਰੇਜ਼ੀ ਹਕੂਮਤ ਦੁਆਰਾ ਪੰਜਾਬ ਦੇ ਇਤਿਹਾਸ ਨੂੰ ਦੁਹਰਾਏ ਜਾਣ ਤੇ ਚਿੰਤਾ ਜ਼ਾਹਰ ਕਰਦਾ ਹੈ, ਸਿਆਸਤ ਦੀਆਂ ਕੋਝੀਆਂ ਚਾਲਾਂ ਨੂੰ ਰੂਪਮਾਨ ਕਰਦਾ ਹੈ। ਪੰਜਾਬ ਨੂੰ ਮਹਾ ਪੰਜਾਬ ਵਜੋਂ ਪਰਿਭਾਸ਼ਿਤ ਕੀਤਾ ਹੈ, ਪਰੰਤੂ ਸੱਤਾਪਰਖ ਸਿਆਸਤ ਭ੍ਰਿਸ਼ਟ ਹਕੂਮਤ ਨੇ 1947 ਦੇ
47 ਦੇ ਬਟਵਾਰੇ ਦੇ ਇੱਥੋਂ ਦੇ ਭਾਈਚਾਰਕ ਸਿੱਖਾਂ, ਮੁਸਲਮਾਨਾਂ, ਹਿੰਦੂਆਂ ਅਤੇ ਧਰਮ ਦੇ ਅਤੇ ਜਾਤੀਗਤ ਤੇ ਆਧਾਰਿਤ ਉਹਨਾਂ ਨੂੰ ਸਦਾ ਲਈ ਅਲੱਗ-ਅਲੱਗ ਕਰ ਦਿੱਤਾ। ਨਾਟਕ ਆਪਸੀ ਫੁੱਟ, ਸਿਆਸੀ ਹੱਥ ਕੰਡਿਆਂ ਤੇ ਪੰਜਾਬੀ ਨੂੰ ਮਾਤ ਭਾਸ਼ਾ ਨਾ ਮੰਨਣ ਵਾਲੇ ਇਖਲਾਕੀ ਟੋਲਿਆਂ ਨੇ 1966 ਵਿੱਚ ਪੰਜਾਬ ਨੂੰ 3 ਭਾਗਾਂ ਵਿੱਚ ਵੰਡ ਦਿੱਤਾ। ਜਿਵੇਂ ਹਰਿਆਣਾ, ਹਿਮਾਚਲ ਅਤੇ ਪੰਜਾਬ। ਮਹਾਂ-ਪੰਜਾਬ ਦਾ ਸੁਪਨਾ ਲਈ ਬੈਠੇ ਸੂਰਬੀਰ ਅਤੇ ਕ੍ਰਾਂਤੀਕਾਰੀ ਯੋਧਿਆਂ ਨੇ, ਜਿਨ੍ਹਾਂ ਨੇ ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਤੇ ਉਹਨਾਂ ਦਾ ਸੁਪਨਾ ਹਮੇਸ਼ਾ ਲਈ ਟਿਕ ਗਿਆ। ਅੱਜ ਵੀ ਪੰਜਾਬ ਅਤੇ ਹਰਿਆਣਾ ਵਿੱਚ ਵਗਦੇ 2.5 ਦਰਿਆਵਾਂ ਦੇ ਪਾਣੀਆਂ ਦੇ ਵਾਦ-ਵਿਵਾਦ ਰੁਕਿਆ ਨਹੀਂ। ਇਹ ਇੱਕ ਸਮਾਜਿਕ ਮਸਲਾ ਹੈ ਜੋ ਪੰਜਾਬ ਅਤੇ ਹਰਿਆਣਾ ਦੀ ਸਿਆਸਤ ਇੱਕ ਦੂਜੇ ਨੂੰ ਮਾਤ ਦੇਣ ਲਈ ਪੱਬਾਂ ਭਾਰ ਖੜੀ ਹੈ। ਨਾਟਕਕਾਰ ਨੇ ਇਸ ਸਮੁੱਚੇ ਨਾਟਕ ਦੀਆਂ ਘਟਨਾਵਾਂ ਪਿੱਛੇ ਕਾਰਜਸ਼ੀਲ ਸੱਤਾ ਪ੍ਰਸਤ ਸਰਕਾਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਰਵਿੰਦਰ ਰਵੀ ਨੇ ਉਹਨਾਂ ਸਾਰੇ ਮਸਲਿਆਂ ਨੂੰ ਛੋਹਿਆ ਹੈ ਜੋ ਦੇਸ਼ ਦੀ ਵੰਡ ਤੋਂ ਲੈ ਕੇ ਵਰਤਮਾਨ ਦੇ ਮਸਲਿਆਂ ਨੂੰ ਸਿਹੜਨ ਪਿੱਛੇ ਇਸ ਸਿਆਸਤ ਦੀਆਂ ਕਾਰਜਕਾਰੀ ਸ਼ਕਤੀਆਂ ਦਾ ਬਹੁਤ ਵੱਡਾ ਹੱਥ ਹੈ। ਇਸੇ ਤਰ੍ਹਾਂ ਰਵਿੰਦਰ ਰਵੀ ਨੇ 1984 ਦੇ ਦੰਗਿਆਂ ਪਿੱਛੇ ਕਾਂਗਰਸ ਦੀ ਰਾਜਸੀ ਕੂਟਨੀਤਿਕ ਚਾਲ ਅਤੇ ਸਿੱਖਾਂ ਦੇ ਧਾਰਮਿਕ ਸਥਾਨ ਹਰਿਮੰਦਰ ਸਾਹਿਬ, ਮੰਦਰਾਂ ਅਤੇ ਮਸਜਿਦ ਦੇ ਫੌਜੀ ਹਮਲੇ ਦਾ ਮਾਰਮਿਕ ਦ੍ਰਿਸ਼ ਪੇਸ਼ ਕੀਤਾ ਹੈ ਤੇ ਜਿਸ ਦੇ ਨਤੀਜੇ ਵਜੋਂ 1984 ਦਾ ਮਾਹੌਲ ਐਸਾ ਬਦਲ ਗਿਆ ਕਿ ਇੰਦਰਾ ਗਾਂਧੀ ਦੀ ਮੌਤ ਹੋਈ ਤੇ ਦੰਗੇ ਭੜਕ ਗਏ। ਦਿੱਲੀ ਦੀ ਥਾਈਂ ਹੋਰ ਥਾਵਾਂ ਤੇ ਵੀ ਦੰਗੇ ਫਸਾਦ ਸ਼ੁਰੂ ਹੋਏ। ਸਰੇਆਮ ਸਿੱਖਾਂ ਦਾ ਕਤਲ ਕੀਤਾ ਗਿਆ, ਘਰਾਂ ਨੂੰ ਅੱਗਾਂ ਲਗਾਈਆਂ ਗਈਆਂ ਤੇ ਉਹਨਾਂ ਦੇ ਗਲਾਂ ਵਿੱਚ ਟਾਇਰ ਪਾ ਕੇ ਉਹਨਾਂ ਨੂੰ ਸਾੜਿਆ ਗਿਆ। ਜਿੱਥੇ ਵੀ ਕੋਈ ਸਿੱਖ ਨਜ਼ਰੀ ਆਉਂਦਾ ਉਸ ਨੂੰ ਖਤਮ ਕਰ ਦਿੱਤਾ ਜਾਂਦਾ। ਇਸ 84 ਸਮੇਂ ਇੰਦਰਾ ਗਾਂਧੀ ਦੀ ਮੌਤ ਪਿੱਛੇ ਸਿੱਖਾਂ ਨੂੰ ਜ਼ਿੰਮੇਦਾਰ ਠਹਿਰਾਉਣ ਪਿੱਛੇ ਕਾਂਗਰਸ ਉਸ ਸਮੇਂ ਦੀ ਮੌਜੂਦਾ ਸੱਤਾ ਉੱਤੇ ਕਾਬਜ਼ ਹੋਣ ਕਰਕੇ ਉਸ ਦੁਆਰਾ ਕਰਵਾਏ ਗਏ ਕਤਲੇਆਮ ਨਾਟਕਕਾਰ ਨੇ ਸਿਆਸਤ ਨੂੰ ਆਪਣੇ ਮਸਲਿਆਂ ਤੋਂ ਭੜਕ ਜਾਣ ਤੇ ਕਰਾਰਾ ਵਿਅੰਗ ਕੀਤਾ ਹੈ। ਇਸ ਦੇ ਨਤੀਜੇ ਵਜੋਂ ਅਣਮਨੁੱਖੀ ਦੰਗਿਆਂ ਵਰਗੇ ਸਰੋਕਾਰਾਂ ਨੂੰ ਅੰਜਾਮ ਦਿੱਤਾ ਹੈ। ਰਾਸ਼ਟਰੀ ਰਾਜਸੀ ਚੇਤਨਾ ਦੇ ਪ੍ਰਸੰਗ ਵਿੱਚ ਨਾਟਕਕਾਰ ਨੇ ਪੰਜਾਬ ਵਿੱਚ ਇਤਿਹਾਸਕ ਨਾਇਕ ਭਗਤ ਸਿੰਘ, ਲਾਲਾ ਲਾਜਪਤ ਰਾਏ ਅਤੇ ਕਰਤਾਰ ਸਿੰਘ ਸਰਾਭਾ ਵਰਗੇ ਪਾਤਰਾਂ ਨੂੰ ਸਿਰਜਿਆ ਹੈ ਜੋ ਰਾਸ਼ਟਰ ਪ੍ਰਤੀ ਰਾਜਸੀ ਤੌਰ ਤੇ ਚੇਤਨ ਸਨ, ਪਰੰਤੂ ਅਜੋਕਾ ਪੰਜਾਬ ਉਹਨਾਂ ਨੂੰ ਉਹ ਪੰਜਾਬ ਨਹੀਂ ਲੱਗਦਾ ਜੋ ਉਹਨਾਂ ਨੇ ਆਪਣੇ ਸੁਪਨਿਆਂ ਵਿੱਚ ਸਿਰਜਿਆ ਸੀ ਤੇ ਕੁਰਬਾਨੀਆਂ ਦਿੱਤੀਆਂ ਸੀ। ਨਾਟਕਕਾਰ ਉਕਤ ਦੇਸ਼ ਭਗਤਾਂ, ਸਿੱਖ ਅਤੇ ਕ੍ਰਾਂਤੀਕਾਰੀ ਨਾਟਕਕਾਰ ਭਗਤ ਸਿੰਘ ਅਤੇ ਹੋਰ ਵਿਚਾਰਧਾਰਾਵਾਂ ਨੂੰ ਆਪਣੀ ਸਮਾਜਿਕ ਅਤੇ ਰਾਜਸੀ ਤੌਰ ਤੇ ਜਾਗਰੂਕ ਕਰਨ ਲਈ ਇੱਕ ਤਕਨੀਕ ਦੀ ਵਰਤੋਂ ਕਰਦਿਆਂ ਸਹਾਰਾ ਲੈਂਦਾ ਹੈ। ਭਗਤ ਸਿੰਘ ਦੂਸਰੇ ਦੇਸ਼ ਭਗਤਾਂ ਅਤੇ ਨਾਇਕਾਂ ਨੂੰ ਇਤਿਹਾਸਕ ਨਾਟਕੀ ਦ੍ਰਿਸ਼ ਸਮੁੱਚੇ ਜਨ ਆਵਾਮ ਦੇ ਸਨਮੁਖ ਕਰਦਾ ਹੈ ਤੇ ਸਮੁੱਚੀ ਆਵਾਮ ਨੂੰ ਆਪਣੇ ਹੱਕਾਂ ਅਤੇ ਅਧਿਕਾਰਾਂ ਅਤੇ ਰਾਜਸੀ ਸੱਤਾ ਪ੍ਰਤੀ ਜਾਗਰੂਕ ਕਰਦਾ ਹੋਇਆ ਇਸ ਜ਼ਰੀਏ ਤੋਂ ਆਜ਼ਾਦ ਭਾਰਤ ਦੇ ਸੁਪਨਿਆਂ ਨੂੰ ਸਾਕਾਰ ਕਰਦਾ ਹੈ। ਨਾਟਕਾਂ ਨੇ ਰਾਜਸੀ ਤੌਰ ਤੇ ਇਤਿਹਾਸਕ ਪੱਲਾ ਫੜ ਕੇ ਆਪਣੀ ਚੇਤਨਤਾ ਪ੍ਰਗਟਾਈ ਹੈ। ਲੇਖਕ ਨੇ ਨਾਟਕ ਦੇ ਵਿਸ਼ੇ ਨੂੰ ਪਸਾਰ ਨਹੀਂ ਦਿੱਤਾ, ਸਗੋਂ ਸੰਦਰਭਯੁਕਤ ਹੋ ਕੇ ਇਸ ਦਾ ਨਿਰੂਪਣ ਕੀਤਾ ਹੈ। ਉਸ ਦੀ ਇਤਿਹਾਸਕ ਦ੍ਰਿਸ਼ਟੀ ਕਿਸੇ ਵਿਅਕਤੀ ਵਿਸ਼ੇਸ਼ ਉੱਤੇ ਨਹੀਂ, ਸਗੋਂ ਉਹਨਾਂ ਸੰਗਲੀਬੱਧ ਘਟਨਾਵਾਂ ਉੱਤੇ ਕੇਂਦਰਿਤ ਹੈ ਜੋ 1984 ਤੋਂ ਪਹਿਲਾਂ ਦੇ 2 ਵਰ੍ਹੇ ਦੇ ਅਰਸੇ ਵਿੱਚ ਵਾਪਰਦੀਆਂ ਹਨ। ਜੋ ਕੁਝ ਹੁਣ ਵਾਪਰ ਰਿਹਾ ਹੈ ਇਹ ਉਸੇ ਲਘੂ ਕਾਲ ਦੀ ਘਟਨਾ ਦਾ ਪਰਛਾਵਾਂ ਹੈ। ਹੱਸਦਾ ਗਾਉਂਦਾ ਪੰਜਾਬ, ਨੱਚਦਾ ਪੰਜਾਬ ਤੇ ਹੁਣ ਅਯਾਬ ਬਣ ਕੇ ਰਹਿ ਗਿਆ। ਰੇਡੀਓ, ਟੈਲੀਵਿਜ਼ਨ ਅਤੇ ਅਖਬਾਰਾਂ ਵਿੱਚ ਸਨਸਨੀਖੇਜ਼ ਖਬਰਾਂ, ਕਤਲ ਦੇ ਡਕੈਤੀਆਂ, ਗਬਰੇਟਾਂ ਨੂੰ ਕਥਾਕਥਿਤ ਪੁਲਿਸ ਮੁਕਾਬਲਿਆਂ ਵਿੱਚ ਖਤਮ ਕੀਤਾ ਗਿਆ। ਕਾਨੂੰਨ ਅਤੇ ਰਖਵਾਲਿਆਂ ਦੁਆਰਾ ਪਿੰਡਾਂ ਦੇ ਭੱਦਰ ਪੁਰਸ਼ਾਂ ਤੇ ਚੌਧਰੀਆਂ ਦੇ ਜ਼ਮੀਰਦਾਰੀ ਦੀ ਪੱਤ ਲੈ ਰਹੀ ਹੈ, ਜਿਨ੍ਹਾਂ ਨੂੰ ਦਾਦੀਆਂ ਤੇ ਨਾਨੀਆਂ ਦੀਆਂ ਪੰਜਾਬ ਦੀ ਸੱਭਿਆਚਾਰਕ ਵਿੱਚ ਅਸੀਸਾਂ ਦਿੰਦੀਆਂ ਸਨ। ਜਿਉਣ ਜੋਗੇ ਉਹ ਖਵਾਜੇ ਜਿੱਡੀ ਉਮਰ ਭੋਗੋਂ ਉਹਨਾਂ ਦੇ ਸਿਵਿਆਂ ਦੀ ਰਾਖ ਹੀ ਨਹੀਂ ਮਿਲਦੀ। ਨਾ ਕਿਧਰੇ ਮਹਿਫਲਾਂ, ਨਾ ਕਿਧਰੇ ਦਾਵਤਾਂ, ਨਾ ਸੱਥਾਂ ਤੇ ਨਾ ਹੀਰ ਦੇ ਬੋਲ, ਨਾ ਘੋੜੀਆਂ, ਨਾ ਸੁਹਾਗ, ਨਾ ਕਿਧਰੇ ਗਿੱਧੇ ਤੇ ਨਾ ਕੁਝ ਭੰਗੜਾ। ਫਿਰਕਾ ਪ੍ਰਸਤੀ, ਆਤੰਕਵਾਦ ਦੇ ਦਮਨ ਦੀ ਕਾਲੀ ਹਨੇਰੀ, ਪਰ ਇਹ ਖੌਫਨਾਕ ਮਾਹੌਲ ਤੀਕ ਜਾਰੀ ਰਹੇਗਾ। ਬਸ ਸਿਰਫ ਪੰਜਾਬੀ ਸਾਈਕੀ ਨੂੰ ਦਿਆਨਤਦਾਰੀ ਨਾਲ ਸਮਝਣ ਦੀ ਲੋੜ ਹੈ। ਜੇਕਰ ਹਕੂਮਤ ਨਿੱਜੀ ਤੌਰ ਤੇ ਸੌੜੇ ਹਿੱਤਾਂ ਦੀ ਪੂਰਤੀ ਲਈ ਪੰਜਾਬ ਸਮੱਸਿਆ ਸੁਲਝਾਉਣ ਦੀ ਬਜਾਏ ਉਲਝਣ ਵੱਲ ਹੀ ਰੁਚਿਤ ਰਹੀ ਹੈ, ਹਾਲਾਤ ਅਜਿਹੇ ਮੁਕਾਮ ਤੇ ਅੱਪੜ ਜਾਣਗੇ ਜਿੱਥੋਂ ਪਿੱਛੇ ਵੱਲ ਝਾਤ ਪਾਉਣੀ ਅਸੰਭਵ ਹੋਵੇਗੀ। ਧੰਨਵਾਦ। ਸਰ, ਸਕੋਲਰ ਔਰ ਪ੍ਰੈਜ਼ੈਂਟਰ ਪਰਮਿੰਦਰ ਕੌਰ ਜੀ, ਜਿਨ੍ਹਾਂ ਨੇ ਦਾ ਵਿਸ਼ਾ ਹੈ ਅਮਰਪਾਲ ਸਾਰਾ ਦੀ ਕਹਾਣੀ ਮੰਡਰਿੰਗ ਵਿੱਚ ਪੇਸ਼ ਇਲਾਕੇ ਦੀ ਸਮੱਸਿਆ। ਪਰਮਿੰਦਰ ਕੌਰ ਜੀ। ਹਾਂਜੀ ਮੈਮ, ਪਹਿਲਾਂ ਤਾਂ
ਪਹਿਲਾਂ ਤਾਂ ਜਿੰਨੇ ਵੀ ਆਨਲਾਈਨ ਪਲੇਟਫਾਰਮ ਤੇ ਜੁੜੇ ਹੋਏ ਸਭ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਮੇਰੇ ਟੌਪਿਕ ਦਾ ਨਾਮ ਹੈਗਾ ਅਮਨਪਾਲ ਸਾਰਾ ਦੀ ਕਹਾਣੀ ਡਾਇਮੰਡ ਰਿੰਗ ਦੇ ਵਿੱਚ ਪੇਸ਼ ਇਕਲਾਪੇ ਦੀ ਸਮੱਸਿਆ। ਅਮਨਪਾਲ ਸਾਰਾ ਕੈਨੇਡਾ ਦੇ ਸਾਹਿਤਕਾਰਾਂ ਵਿੱਚੋਂ ਇੱਕ ਜਾਣਿਆ ਪਹਿਚਾਣਿਆ ਨਾਂ ਹੈ। ਲੇਖਕ ਨੇ ਕਹਾਣੀ ਦੇ ਨਾਲ ਨਾਲ ਨਾਟਕ ਤੇ ਰੰਗਮੰਚ ਤੇ ਵੀ ਕਲਮ ਅਜ਼ਮਾਈ ਹੈ। ਅਮਨਪਾਲ ਸਾਰਾ ਇੱਕ ਅਜਿਹਾ ਪ੍ਰਵਾਸੀ ਕਹਾਣੀਕਾਰ ਹੈ ਜਿਸ ਨੇ ਆਪਣੀਆਂ ਰਚਨਾਵਾਂ ਦੇ ਵਿੱਚ ਪ੍ਰਵਾਸੀ ਮਸਲਿਆਂ ਬਾਰੇ ਚਰਚਾ ਕੀਤੀ ਹੈ। ਪ੍ਰਵਾਸ ਦੇ ਬਾਰੇ ਮੈਂ ਸਿਰਫ ਇੱਕੋ ਹੀ ਗੱਲ ਕਰਨਾ ਚਾਹੂੰਗੀ, ਪ੍ਰਵਾਸੀ ਵਿਅਕਤੀ ਇਕੱਲਾ ਹੀ ਆਪਣੀ ਧਰਤੀ ਨੂੰ ਛੱਡ ਕੇ ਦੂਜੇ ਮੁਲਕ ਦੇ ਵਿੱਚ ਨਹੀਂ ਜਾਂਦਾ। ਉਸ ਦੇ ਨਾਲ ਉਸ ਦਾ ਕਲਚਰ, ਭਾਸ਼ਾ, ਰੀਤੀ ਰਿਵਾਜ ਇਨਬਿਲਡ ਉਸਦੇ ਨਾਲ ਸਫ਼ਰ ਕਰਦੇ ਹਨ। ਜਦੋਂ ਵਿਅਕਤੀ ਦੂਜੀ ਥਾਂ ਜਾਂਦਾ ਤਾਂ ਉੱਥੋਂ ਦੀ ਧਰਤੀ ਦਾ ਆਪਣਾ ਕਲਚਰ ਤੇ ਉਸਦੀ ਭਾਸ਼ਾ ਹੁੰਦੀ ਹੈ। ਇਸ ਤਰ੍ਹਾਂ ਜਦੋਂ ਦੋਨਾਂ ਮੁਲਕਾਂ ਦੇ ਸੱਭਿਆਚਾਰ ਆਪਸ ਦੇ ਵਿੱਚ ਮਿਲਦੇ ਹਨ ਤਾਂ ਉੱਥੇ ਟਕਰਾਅ ਪੈਦਾ ਹੁੰਦਾ ਹੈ। ਇਸੇ ਸਥਿਤੀ ਦੇ ਵਿੱਚੋਂ ਹੀ ਪ੍ਰਵਾਸੀ ਵਿਅਕਤੀ ਨੂੰ ਆਪਣੀ ਜੰਮਣ ਭੌਂ ਦਾ ਅਹਿਸਾਸ ਹੁੰਦਾ ਹੈ, ਜਿਸ ਦੇ ਨਾਲ ਮਾਨਸਿਕ ਤਣਾਅ ਉਪਜਦਾ ਹੈ। ਇਸੇ ਤਣਾਅ ਦੇ ਵਿੱਚੋਂ ਉਪਜੇ ਸਰੋਕਾਰਾਂ ਨੂੰ ਪ੍ਰਵਾਸੀ ਪੰਜਾਬੀ ਸਾਹਿਤ ਨੇ ਆਪਣੇ ਕਲਾਵੇ ਵਿੱਚ ਲਿਆ ਹੈ। ਇਹਨਾਂ ਸਰੋਕਾਰਾਂ ਵਿੱਚੋਂ ਰਿਸ਼ਤਿਆਂ ਦੀ ਟੁੱਟ ਭੱਜ, ਭੂ-ਹੇਰਵਾ, ਇਕੱਲੇਪਨ ਦੀ ਸਮੱਸਿਆ ਅਤੇ ਪੱਛਮੀ ਧਰਤੀ ਤੇ ਪਰਵਰਿਸ਼ ਪ੍ਰਾਪਤ ਕਰਨ ਵਾਲੀ ਪੀੜ੍ਹੀ ਦਾ ਪੁਰਾਣੀ ਪੀੜ੍ਹੀ ਨਾਲ ਟਕਰਾਅ ਆਦਿ ਅਜਿਹੇ ਵਿਸ਼ੇ ਹਨ ਜਿਨ੍ਹਾਂ ਨੂੰ ਪ੍ਰਵਾਸੀ ਵਿਅਕਤੀ ਆਪਣੇ ਪਿੰਡੇ ਤੇ ਹੰਢਾਉਂਦਾ ਹੈ। ਇਹਨਾਂ ਮਸਲੇ ਦੇ ਬਾਰੇ ਅਮਨਪਾਲ ਸਾਰਾ ਨੇ ਵੀ ਆਪਣੀਆਂ ਕਹਾਣੀਆਂ ਦੇ ਵਿੱਚ ਜ਼ਿਕਰ ਕੀਤਾ ਹੈ। ਹੁਣ ਆਪਾਂ ਇਸ ਕਹਾਣੀਕਾਰ ਦੀ ਡਾਇਮੰਡ ਰਿੰਗ ਕਹਾਣੀ ਬਾਰੇ ਗੱਲ ਕਰਾਂਗੇ। ਤਾਂ ਇਸ ਕਹਾਣੀ ਦੇ ਵਿੱਚ ਮੈਂ ਥੋੜ੍ਹੀ ਜਿਹੀ ਡਿਟੇਲ ਕਹਾਣੀ ਬਾਰੇ ਦੇਣਾ ਚਾਹੂੰਗੀ। ਇਸ ਕਹਾਣੀ ਦੇ ਵਿੱਚ ਮਿਸਟਰ ਖੰਨਾ ਤੇ ਮਿਸਿਸ ਖੰਨਾ ਕੈਨੇਡਾ ਦੇ ਵਿੱਚ ਆ ਕੇ ਵਸਣ ਲੱਗਦੇ ਆ, ਜਿੱਥੇ ਉਹਨਾਂ ਦੇ 2 ਬੱਚਿਆਂ ਦਾ ਜਨਮ ਹੁੰਦਾ ਹੈ, ਰਾਜੀਵ ਤੇ ਅਜੇ ਦਾ ਜਨਮ ਹੁੰਦਾ ਹੈ। ਤਾਂ ਇਸ ਕਹਾਣੀ ਦੇ ਵਿੱਚ ਮਿਸਟਰ ਖੰਨਾ ਇੱਕ ਅਜਿਹੀ ਪਾਤਰ ਹੈ ਜਿਹੜੀ ਇਕਲਾਪੇ ਦੀ ਸਮੱਸਿਆ ਨੂੰ ਹੰਢਾਉਂਦੀ ਹੈ ਤੇ ਪਰਿਵਾਰਕ ਚਿੰਤਾਵਾਂ ਦੇ ਵਿੱਚ ਘਿਰੀ ਹੋਣ ਕਰਕੇ ਕਈ ਬਿਮਾਰੀਆਂ ਦਾ ਸ਼ਿਕਾਰ ਰਹਿੰਦੀ ਹੈ। ਡਾਇਮੰਡ ਰਿੰਗ ਕਹਾਣੀ ਪ੍ਰਵਾਸੀ ਪੰਜਾਬੀ ਕਹਾਣੀ ਔਰਤ ਦੇ ਪ੍ਰਵਾਸ ਦੇ ਦੌਰਾਨ ਵਿਅਸਤ ਹੋਏ ਜੀਵਨ ਨੂੰ ਪੇਸ਼ ਕਰਦੀ ਹੈ। ਮਿਸਿਸ ਖੰਨਾ ਆਪਣੇ ਛੋਟੇ ਪੁੱਤਰ ਅਜੇ ਦੇ ਨਾਲ ਆਨੀ ਬਹਾਨੀ ਗੱਲ ਕਰਦੀ ਹੋਈ ਪੁੱਛਦੀ ਹੈ ਕਿ ਤੂੰ ਬ੍ਰੇਕਫਾਸਟ ਕਰ ਲਿਆ ਹੈ ਜਾਂ ਉਸਦੀ ਦੋਸਤ ਚੰਦਾਨੀ ਦਾ ਫੋਨ ਆਇਆ ਹੈ ਜਾਂ ਨਹੀਂ। ਇਹਨਾਂ ਗੱਲਾਂ ਤੋਂ ਛੁਟਕਾਰਾ ਪਾਉਣ ਲਈ ਜਿਹਦਾ ਉਹਦਾ ਛੋਟਾ ਪੁੱਤਰ ਅਜੇ ਆ ਵੀ ਉਹ ਆਈ ਡੋਂਟ ਨੋ ਕਹਿ ਕੇ ਆਪਣੇ ਕਮਰੇ ਦੇ ਵਿੱਚ ਚਲਿਆ ਜਾਂਦਾ ਹੈ। ਤੇ ਅਜੇ ਦੇ ਇਸ ਨਿੱਤ ਦੇ ਵਿਹਾਰ ਤੋਂ ਮਿਸਿਸ ਖੰਨਾ ਬਹੁਤ ਉਦਾਸ ਹੁੰਦੀ ਹੈ ਤੇ ਮਮਤਾ ਤੇ ਮੋਹ ਤੋਂ ਵਾਂਝੀ ਮਿਸਿਸ ਖੰਨਾ ਇਕੱਲਾਪਨ ਮਹਿਸੂਸ ਕਰਦੀ ਹੈ। ਇਸ ਕਹਾਣੀ ਦੇ ਵਿੱਚ ਮਿਸਟਰ ਖੰਨਾ ਇੱਕ ਅਜਿਹਾ ਪਾਤਰ ਹੈਗਾ ਜਿਹਦਾ ਚੰਗਾ ਕਾਰੋਬਾਰ ਹੈ ਤੇ ਸਾਰਾ ਦਿਨ ਆਪਣੀ ਕਾਗਜ਼ੀ ਕਾਰਵਾਈਆਂ ਦੇ ਵਿੱਚ ਮਸ਼ਰੂਫ ਰਹਿੰਦਾ ਹੈ ਤੇ ਉਸ ਦੇ ਦੁਆਰਾ ਵੱਧ ਤੋਂ ਵੱਧ ਕਲਾਇੰਟਸ ਨੂੰ ਮਿਲਣਾ, ਆਪਣੇ ਕਾਰੋਬਾਰ ਦੇ ਵਿੱਚ ਵਾਧਾ ਕਰਨ ਦੇ ਲਈ ਹੱਥ ਪੈਰ ਮਾਰਨੇ ਉਸ ਦੀ ਪਦਾਰਥਵਾਦੀ ਸੋਚ ਨੂੰ ਦਰਸਾਉਂਦਾ ਹੈ। ਇੱਕ ਮਿਸਟਰ ਖੰਨਾ ਦਾ ਬਿਜ਼ਨਸ ਤੋਂ ਇਲਾਵਾ ਨਿੱਜੀ ਜ਼ਿੰਦਗੀ ਦੇ ਵੱਲ ਕੋਈ ਧਿਆਨ ਨਾ ਦੇਣਾ ਮਿਸਿਸ ਖੰਨਾ ਨੂੰ ਇਕੱਲਿਆਂ ਕਰ ਦਿੰਦਾ ਹੈ। ਇਸ ਇਕੱਲਤਾ ਭਰੇ ਮਾਹੌਲ ਦੇ ਵਿੱਚ ਮਿਸਿਸ ਖੰਨਾ ਆਪਣੇ ਖਿਆਲਾਂ ਦੇ ਵਿੱਚ ਗੁੰਮ ਹੋਈ ਆਖਦੀ ਹੈ ਕਿ ਇੱਧਰ ਆ ਕੇ ਤਾਂ ਬਸ ਇਕੱਠੇ ਤਾਂ ਕੀ ਕਦੇ ਇਕੱਲੇ ਤੁਰਨ ਦਾ ਵਕਤ ਵੀ ਨਹੀਂ ਮਿਲਿਆ ਤੇ ਨਾ ਹੀ ਸ਼ਾਇਦ ਤੁਰਨ ਦੀ ਲੋੜ ਮਹਿਸੂਸ ਹੋਈ। ਧਨ ਦੌਲਤ ਦੀ ਇਸ ਚਕਾਚੌਂਧ ਦੇ ਵਿੱਚ ਅੰਨਾ ਹੋਇਆ ਵਿਅਕਤੀ ਮਾਨਵੀ ਰਿਸ਼ਤਿਆਂ ਨੂੰ ਨਕਾਰਨ ਲੱਗਦਾ ਹੈ। ਪ੍ਰਵਾਸੀ ਬੰਦੇ ਦੀ ਸਭ ਤੋਂ ਵੱਡੀ ਤਰਾਸਦੀ ਇਕੱਲਾਪਨ ਹੈ। ਪਦਾਰਥਕ ਸੁੱਖ ਸਹੂਲਤਾਂ ਮਨੁੱਖ ਦੀ ਮਾਨਸਿਕ ਜਾਂ ਅੰਦਰੂਨੀ ਖਾਹਿਸ਼ਾਂ ਦੀ ਪੂਰਤੀ ਨਹੀਂ ਕਰ ਸਕਦੀਆਂ। ਇਸੇ ਤਰਾਸਦੀ ਨੂੰ ਮਿਸਿਸ ਖੰਨਾ ਆਪਣੇ ਪਿੰਡੇ ਤੇ ਹੰਢਾਉਂਦੀ ਹੈ। ਡਾਇਮੰਡ ਰਿੰਗ ਕਹਾਣੀ ਦੇ ਵਿੱਚ ਮਿਸਿਸ ਖੰਨਾ ਦੇ ਵੱਡੇ ਪੁੱਤਰ ਰਾਜੀਵ ਦੀ ਐਨਾ ਨਾਮ ਦੀ ਲੜਕੀ ਦੇ ਨਾਲ ਮੰਗਣੀ ਹੁੰਦੀ ਹੈ। ਮਿਸਿਸ ਖੰਨਾ ਉਸ ਆਪਣੀ ਵਰ੍ਹੇਗੰਢ ਤੇ ਮਿਲੀ ਡਾਇਮੰਡ ਰਿੰਗ ਜਿਹੜੀ ਹੁੰਦੀ ਆ ਉਹਨੂੰ ਖੁਸ਼ੀ ਦੇ ਨਾਲ ਐਨਾ ਨੂੰ ਪਾ ਦਿੰਦੀ ਆ। ਤਾਂ ਖੰਨਾ ਪਰਿਵਾਰ ਦੀ ਮਦਦ ਨਾਲ ਰਾਜੀਵ ਤੇ ਐਨਾ ਦੋਵੇਂ ਬੀਚ ਦੇ ਕਿਨਾਰੇ ਇੱਕ ਫਲੈਟ ਦੇ ਵਿੱਚ ਇਕੱਠੇ ਰਹਿਣ ਲੱਗ ਜਾਂਦੇ ਆ। ਐਨਾ ਆਪਦੇ ਨਾਲ ਛੋਟੇ ਜਿਹੇ ਕਤੂਰੇ ਮੋਤੀ ਨੂੰ ਨਾਲ ਲੈ ਕੇ ਆਉਂਦੀ ਹੈ, ਜਿਸ ਨੂੰ ਉਹ ਮਿਸਿਸ ਖੰਨਾ ਦੇ ਕੋਲ ਛੱਡ ਦਿੰਦੀ ਹੈ। ਪਰ ਮੰਗਣੀ ਤੋਂ ਥੋੜੇ ਸਮੇਂ ਬਾਅਦ ਰਾਜੀਵ ਦਾ ਦਿਨ ਰਾਤ ਨਸ਼ੇ ਦੇ ਵਿੱਚ ਰਹਿਣਾ ਉਸਦੀ ਵਿਗੜਦੀ ਹਾਲਤ ਨੂੰ ਵੇਖ ਕੇ ਐਨਾ ਘਰ ਛੱਡ ਕੇ ਚਲੀ ਜਾਂਦੀ ਹੈ। ਅੱਜ ਦੇ ਰਿਸ਼ਤਿਆਂ ਦੀ ਕੀਮਤ ਮਹਿਜ਼ ਇੱਕ ਖਿਡੌਣੇ ਜਿੰਨੀ ਹੈ ਤੇ ਨੌਜਵਾਨ ਵਰਗ ਰਿਸ਼ਤਿਆਂ ਦੀ ਅਹਿਮੀਅਤ ਨੂੰ ਸਮਝਣ ਤੋਂ ਬਿਲਕੁਲ ਅਸਮਰੱਥ ਹੈ। ਪਰਿਵਾਰ ਦੇ ਹੋਰਨਾਂ ਜੀਆਂ ਤੋਂ ਇਲਾਵਾ ਮਿਸਿਸ ਖੰਨਾ ਦੇ ਮਨ ਨੂੰ ਰਾਜੀਵ ਤੇ ਐਨਾ ਦੇ ਤਿੜਕਦੇ ਰਿਸ਼ਤੇ ਦੀ ਗਹਿਰੀ ਸੱਟ ਵੱਜਦੀ ਹੈ। ਬਿਮਾਰੀਆਂ ਦੀ ਸ਼ਿਕਾਰ ਹੋਈ ਮਿਸਿਸ ਖੰਨਾ ਨੂੰ ਡਾਕਟਰ ਦਵਾਈ ਦੇ ਨਾਲ ਨਾਲ ਐਕਸਰਸਾਈਜ਼ ਕਰਨ ਦੀ ਵੀ ਸਲਾਹ ਦਿੰਦਾ ਹੈ। ਘਰ ਦੇ ਵਿੱਚ ਮਿਸਿਸ ਖੰਨਾ ਦੇ ਨਾਲ ਕੋਈ ਗੱਲਬਾਤ ਕਰਨ ਵਾਲਾ ਨਹੀਂ ਬਚਦਾ ਸਿਵਾਏ ਇੱਕ ਮੋਤੀ ਦੇ।
ਉਸ ਨੂੰ ਆਪਣੀ ਹੋਂਦ ਘਰ ਦੇ ਵਿੱਚ ਪਈ ਭਾਂਡੇ ਧੋਣ ਵਾਲੀ ਤੇ ਕੱਪੜੇ ਧੋਣ ਵਾਲੀ ਮਸ਼ੀਨ ਤੋਂ ਵੱਧ ਕੁਝ ਨਹੀਂ ਜਾਪਦੀ। ਉਹ ਮੋਤੀ ਦੇ ਨਾਲ ਹੀ ਹੱਸਦੀ ਹੈ, ਖੇਡਦੀ ਹੈ ਤੇ ਐਕਸਰਸਾਈਜ਼ ਕਰਦੀ ਹੈ। ਇਸ ਤਰ੍ਹਾਂ ਇਹ ਕਹਾਣੀ ਪਾਲਤੂ ਜਾਨਵਰ ਦੇ ਮਹੱਤਵ ਨੂੰ ਵੀ ਦਰਸਾਉਂਦੀ ਹੈ ਕਿ ਪਦਾਰਥਕ ਸੁੱਖ ਸਹੂਲਤਾਂ ਮਨੁੱਖੀ ਇਕੱਲਤਾ ਨੂੰ ਨਹੀਂ ਭਰ ਸਕਦੀਆਂ, ਸਗੋਂ ਘਰ ਦੇ ਵਿੱਚ ਰੱਖੇ ਪਾਲਤੂ ਜਾਨਵਰਾਂ ਦੇ ਨਾਲ ਮਨੁੱਖ ਆਪਣੇ ਖਾਲੀਪਨ ਨੂੰ ਭਰਮ ਤਾਂ ਰੱਖਦਾ ਹੀ ਹੈ। ਕਹਾਣੀ ਦੇ ਅੰਤ ਵਿੱਚ ਮਿਸਟਰ ਤੇ ਮਿਸਿਸ ਖੰਨਾ ਕਿਸੇ ਪਾਰਟੀ ਤੋਂ ਘਰ ਵਾਪਸ ਆਉਂਦਿਆਂ ਉਹਨਾਂ ਨੂੰ ਐਨਾ ਦੁਆਰਾ ਲਿਖੀ ਚਿੱਠੀ ਤੇ ਨਾਲ ਹੀ ਇੱਕ ਕੀਮਤੀ ਡਾਇਮੰਡ ਰਿੰਗ ਜੋ ਮਿਸਿਸ ਖੰਨਾ ਨੇ ਉਸਨੂੰ ਮੰਗਣੀ ਤੇ ਦਿੱਤੀ ਸੀ ਵਾਪਸ ਮਿਲਦੀ ਹੈ, ਜਿਸ ਤੋਂ ਮਿਸਟਰ ਖੰਨਾ ਕਹਿੰਦਾ ਹੈ ਕਿ ਲੈ ਡਾਇਮੰਡ ਰਿੰਗ ਤਾਂ ਮਿਲ ਗਈ, ਬਚਾਅ ਹੋ ਗਿਆ। ਅਜਿਹੇ ਵਿਅਕਤੀ ਪੈਸੇ ਇਕੱਠੇ ਕਰਨ ਦੀ ਹੋੜ ਦੇ ਵਿੱਚ ਆਪਣੇ ਘਰ ਪਰਿਵਾਰ ਤੋਂ ਟੁੱਟਦੇ ਹਨ ਤੇ ਸਭ ਤੋਂ ਵੱਡੀ ਪੂੰਜੀ ਆਪਣੀ ਔਲਾਦ ਨੂੰ ਹੱਥੋਂ ਗਵਾ ਲੈਂਦੇ ਹਨ। ਪਰ ਉੱਥੇ ਹੀ ਦੂਜੇ ਪਾਸੇ ਮਿਸਿਸ ਖੰਨਾ ਨੂੰ ਘਰ ਦੇ ਵਿੱਚ ਉਸਦੇ ਇਕਲਾਪੇ ਦਾ ਇੱਕੋ ਇੱਕ ਸਹਾਰਾ ਕੁੱਤਾ ਮੋਤੀ ਕਿਤੇ ਦਿਖਾਈ ਨਹੀਂ ਦਿੰਦਾ ਤਾਂ ਮੋਤੀ ਦੇ ਬਦਲੇ ਡਾਇਮੰਡ ਰਿੰਗ ਆਖਦਿਆਂ ਬੇਬਸ ਹੋਈ ਮਿਸਿਸ ਖੰਨਾ ਨੂੰ ਆਪਦਾ ਆਪਾ ਸੁੰਨ ਹੁੰਦਾ ਜਾਪਦਾ ਹੈ। ਉਹ ਮੋਤੀ ਜਿਸ ਦੇ ਨਾਲ ਉਸਦੀ ਸਿਹਤ ਦੇ ਵਿੱਚ ਇੰਪਰੂਵਮੈਂਟ ਆਉਂਦੀ ਹੈ ਤੇ ਜਿਹੜਾ ਮਿਸਿਸ ਖੰਨਾ ਦੇ ਲਈ ਹਰ ਕੀਮਤੀ ਸਮਾਨ ਤੋਂ ਉੱਪਰ ਸੀ। ਇੱਥੇ ਇੱਕ ਕਹਾਣੀ ਵਿੱਚ ਥੋੜਾ ਜਿਹਾ ਜ਼ਿਕਰ ਗੋਰਿਆਂ ਦੇ ਬਾਰੇ ਆਉਂਦਾ ਹੈ ਕਿ ਗੋਰੀ ਜਿਹੜੀ ਐਨਾ ਹੁੰਦੀ ਹੈ ਉਹਦੀ ਵਫਾਦਾਰੀ ਬਾਰੇ ਇਹ ਕਹਾਣੀ ਦੱਸਦੀ ਕਿ ਭਾਰਤੀਆਂ ਦੇ ਮਨ ਵਿੱਚ ਗੋਰਿਆਂ ਦੇ ਪ੍ਰਤੀ ਜਿਹੜੀ ਨਫ਼ਰਤ ਪੈਦਾ ਹੁੰਦੀ ਹੈ ਉਸ ਮਿੱਥ ਨੂੰ ਇਹ ਕਹਾਣੀ ਹੈ ਜਿਹੜੀ ਤੋੜਦੀ ਹੈ। ਅੰਤ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਬੇਸ਼ੱਕ ਪੱਛਮੀ ਜੀਵਨ ਜਾਂਚ ਦੇ ਵਿੱਚ ਨਿੱਜੀ ਆਜ਼ਾਦੀ ਤੇ ਸਹੂਲਤਾਂ ਭਰੇ ਸਮਾਜ ਦੇ ਵਿੱਚ ਬਰਾਬਰਤਾ ਦਾ ਸੰਕਲਪ ਆਮ ਆਦਮੀ ਨੂੰ ਆਪਣੇ ਵੱਲ ਖਿੱਚਦਾ ਹੈ, ਪਰ ਉੱਥੇ ਹੀ ਕਾਹਲ, ਪਿਆਰ, ਵਿਹੂਣੇ ਸੰਬੰਧ, ਇਕਲਾਪਾ ਤੇ ਨਸਲਵਾਦ ਅਜਿਹਾ ਜੀਵਨ ਮਾਡਲ ਪੇਸ਼ ਕਰਦੇ ਹੈ ਜੋ ਪ੍ਰਵਾਸੀਆਂ ਦੇ ਵਿੱਚ ਬੇਵੱਸੀ ਪੈਦਾ ਕਰਦੇ ਹਨ। ਧੰਨਵਾਦ। ਹਾਂਜੀ, ਨਾਰ ਸਿੰਘ ਔਜਲਾ ਦੇ ਨਾਟਕ ਸੁਪਰ ਵੀਜ਼ਾ ਤੇ ਹੋਰ ਨਾਟਕਾਂ ਦਾ ਸਮਾਜ ਸੱਭਿਆਚਾਰ ਅਧਿਐਨ ਹੈ ਜੀ। ਤੇ ਜਦੋਂ ਅਸੀਂ ਪ੍ਰਵਾਸੀ ਨਾਟਕਾਰਾਂ ਦੀ ਗੱਲ ਕਰਦੇ ਹਾਂ ਤਾਂ ਨਾਟਕ ਦੇ ਖੇਤਰ ਵਿੱਚ ਨਾਰ ਸਿੰਘ ਔਜਲਾ ਨੇ ਵੈਨਕੂਵਰ ਦੇ ਰੰਗਮੰਚ ਰਾਹੀਂ ਆਪਣੇ ਨਾਟਕਾਂ ਨੂੰ ਪੇਸ਼ ਕੀਤਾ। ਇਸੇ ਹੀ ਪ੍ਰਸੰਗ ਵਿੱਚ ਅਸੀਂ ਨਾਟਕਕਾਰ ਦਾ ਲਿਖਿਆ ਹੋਇਆ ਨਾਟਕ ਸੁਪਰ ਵੀਜ਼ਾ ਤੇ ਹੋਰ ਨਾਟਕ ਨੂੰ ਵਿਚਾਰਿਆ ਹੈ, ਜਿਸ ਵਿੱਚ ਨਾਟਕਕਾਰ ਨੇ 3 ਨਾਟਕਾਂ ਨੂੰ ਸ਼ਾਮਲ ਕੀਤਾ ਹੈ। ਪਹਿਲਾ ਨਾਟਕ ਹੈ ਜਿਹੜਾ ਸੁਪਰ ਵੀਜ਼ਾ ਹੈ, ਦੂਸਰਾ ਨਾਟਕ ਨਸ਼ਿਆਂ ਦਾ ਨਦੀਨ, ਤੀਸਰਾ ਸਹਿਮ ਦੇ ਪਲ। ਨਾਟਕ ਸੁਪਰ ਵੀਜ਼ਾ ਰਾਹੀਂ ਕੈਨੇਡਾ ਵਿੱਚ ਜਾਣ ਵਾਲਿਆਂ ਦੀ ਲਾਲਸਾ ਨੂੰ ਬਿਆਨ ਕੀਤਾ ਹੈ। ਇਸ ਨਾਟਕ ਦਾ ਪਾਤਰ ਕਰਤਾਰ ਸਿੰਘ ਕੈਨੇਡਾ ਵਾਲੇ ਮਾਹੌਲ ਵਿੱਚ ਫਿੱਟ ਨਹੀਂ ਬੈਠਦਾ। ਉਸ ਨੂੰ ਆਪਣੇ ਪੰਜਾਬ ਦਾ ਖੁੱਲਾ ਡੁੱਲਾ ਮਾਹੌਲ ਵਧੇਰੇ ਚੰਗਾ ਲੱਗਦਾ ਸੀ। ਉਹ ਕੈਦੀਆਂ ਵਾਲੇ ਮਾਹੌਲ ਤੋਂ ਪੂਰੀ ਤਰ੍ਹਾਂ ਹੁਣ ਅੱਕ ਚੁੱਕਾ ਹੈ। ਉਸ ਦੀ ਨੂੰਹ ਹਰਮਨ ਇਸ ਬਾਰੇ ਧਰਮ ਕੌਰ ਨਾਲ ਗੱਲਾਂ ਕਰਦੀ ਹੈ। ਉਸ ਨੂੰ ਉੱਥੇ ਧਰਮ ਕੌਰ ਨੂੰ ਉਹਨਾਂ ਦੇ ਆਪਣੀ ਨੂੰਹ ਦੇ ਗੱਲਾਂ ਬਾਤਾਂ ਤੋਂ ਇੰਝ ਲੱਗਦਾ ਕਿ ਸਾਨੂੰ ਕੈਨੇਡਾ ਵਿੱਚ ਰੱਖਣ ਲਈ ਤਿਆਰ ਨਹੀਂ ਹਨ। ਬਾਹਰਲੇ ਮੁਲਕਾਂ ਵਿੱਚ ਵਸੇ ਕਰਤਾਰ ਸਿੰਘ ਵਰਗੇ ਅਜਿਹੇ ਲੋਕ ਹਨ ਜੋ ਆਪਣਾ ਸੱਭਿਆਚਾਰ ਛੱਡ ਕੇ ਉੱਥੋਂ ਦੇ ਸੱਭਿਆਚਾਰ ਵਿੱਚ ਘੁਲ ਮਿਲ ਜਾਣਾ ਚਾਹੁੰਦੇ ਹਨ, ਪਰ ਉਹ ਪੂਰੀ ਤਰ੍ਹਾਂ ਆਪਣੇ ਆਪ ਨੂੰ ਉਸ ਬਾਹਰਲੇ ਮਾਹੌਲ ਵਿੱਚ, ਬਾਹਰਲੇ ਸੱਭਿਆਚਾਰ ਵਿੱਚ ਢਾਲ ਨਹੀਂ ਪਾਉਂਦੇ। ਨਤੀਜੇ ਵਜੋਂ ਅੰਤਰ ਸੱਭਿਆਚਾਰਕ ਦਵੰਦ ਉਤਪੰਨ ਹੁੰਦਾ ਹੈ। ਧਰਮ ਕੌਰ ਅਤੇ ਉਸ ਦੇ ਪਤੀ ਕਰਤਾਰ ਸਿੰਘ ਦੀ ਵਾਰਤਾਲਾਪ ਤੋਂ ਕੈਨੇਡਾ ਦੇ ਭਾਰਤ ਦੇ ਸੱਭਿਆਚਾਰ ਦਾ ਤੁਲਨਾਤਮਕ ਪਹਿਲੂ ਸਾਹਮਣੇ ਆਉਂਦਾ ਹੈ। ਜਦੋਂ ਕਰਤਾਰ ਸਿੰਘ ਧਰਮ ਕੌਰ ਨਾਲ ਬੀਚ ਤੇ ਜਾਣ ਦੀ ਗੱਲ ਕਰਦਾ ਹੈ ਤਾਂ ਧਰਮ ਕੌਰ ਉਸ ਨੂੰ ਕਹਿੰਦੀ ਹੈ, ਸ਼ਰਮ ਤਾਂ ਨਹੀਂ ਆਉਂਦੀ? ਤੇਰੀ ਇਹ ਉਮਰ ਹੈ ਹੁਣ ਛੋਟੀਆਂ ਛੋਟੀਆਂ ਨਿੱਕਰਾਂ ਪਾ ਕੇ ਘੁੰਮਣ ਦੀ, ਤੈਨੂੰ ਤਾਂ ਹੁਣ ਵੱਡਾ ਸਾਰਾ ਕਛਹਿਰਾ ਪਾ ਲੈਣਾ ਚਾਹੀਦਾ ਹੈ। ਧਰਮ ਕੌਰ ਤੇ ਕਰਤਾਰ ਸਿੰਘ ਨੂੰ ਕੈਨੇਡਾ ਦੀ ਚਮਕ ਦਮਕ ਵਾਲੀ ਜ਼ਿੰਦਗੀ ਰਾਸ ਨਹੀਂ ਆਉਂਦੀ। ਘਰ ਵਿੱਚ ਉਹਨਾਂ ਦੀ ਨੂੰਹ ਹਰਮਨ ਵੱਲੋਂ ਹਰ ਸਮੇਂ ਆਨੇ ਬਹਾਨੇ ਨੁਕਤਾਚੀਨੀ ਕੀਤੀ ਜਾਂਦੀ ਹੈ। ਜਿਨ੍ਹਾਂ ਪੰਜਾਬੀ ਬੱਚਿਆਂ ਨੂੰ ਉਧਰਲੀ ਜ਼ਿੰਦਗੀ ਰਾਸ ਆ ਜਾਂਦੀ ਹੈ, ਉਹ ਆਪਣੇ ਭਾਰਤੀ ਸੰਸਕਾਰਾਂ ਨਾਲ ਟੁੱਟੇ ਜਾਂਦੇ ਹਨ। ਨਸ਼ਿਆਂ ਦਾ ਨਦੀਨ ਦੂਸਰਾ ਨਾਟਕ ਹੈ। ਨਾਟਕ ਰਾਹੀਂ ਨਾਟਕਕਾਰ ਨੇ ਕੈਨੇਡਾ ਵਿੱਚ ਰਹਿਣ ਵਾਲੇ ਪੰਜਾਬੀ ਲੋਕਾਂ ਦੀ ਸਮਗਲਰ ਕਿਸਮ ਦੀ ਵਿਅਕਤੀ ਦਾ ਜ਼ਿਕਰ ਕੀਤਾ ਹੈ। ਅਮਰੀਕ ਸਿੰਘ ਦੀ ਘਰਵਾਲੀ ਹਰਜੀਤ ਉਸ ਦੇ ਮਾੜੇ ਕੰਮਾਂ ਤੋਂ ਤੰਗ ਆ ਚੁੱਕੀ ਹੈ।
ਹਰਜੀਤ ਅਤੇ ਨਿੰਦਰ ਦੇ ਵਾਰਤਾਲਾਪ ਤੋਂ ਧੋਖੇ ਦਾ ਸ਼ਿਕਾਰ ਹੋਈਆਂ ਨਿੰਦਰ ਵਰਗੀਆਂ ਔਰਤਾਂ ਬਾਰੇ ਪਤਾ ਚੱਲਦਾ ਹੈ। ਨਿੰਦਰ ਨਿੰਦਰ ਨਾਲ ਜੋ ਧੋਖਾ ਹੁੰਦਾ ਹੈ ਉਹ ਨਿੰਦਰ ਨਾਲ ਜਿਹੜਾ ਧੋਖਾ ਹੁੰਦਾ ਹੈ ਉਹ ਇਸ ਤਰ੍ਹਾਂ ਇਹਨਾਂ ਸ਼ਬਦਾਂ ਵਿੱਚ ਪੇਸ਼ ਹੋਇਆ। ਆ ਜੱਗੇ ਨੇ ਉਹਨੂੰ ਧੋਖੇ 'ਚ ਰੱਖ ਕੇ ਉਹਦੇ ਨਾਲ ਵਿਆਹ ਕਰਵਾ ਲਿਆ ਹੈ। ਵਿਚਾਰੀ ਕੋਲ 7-8 ਮਹੀਨੇ ਦਾ ਇੱਕ ਮੁੰਡਾ ਵੀ ਹੈ। ਉਹਨੂੰ ਤਾਂ ਹੁਣ ਬਾਅਦ 'ਚ ਪਤਾ ਲੱਗਿਆ ਕਿ ਬਾਈ ਜੱਗੇ ਨੇ ਤਾਂ ਪਹਿਲਾਂ ਵੀ ਵਿਆਹ ਕਰਵਾਇਆ ਹੋਇਆ ਸੀ। ਪਹਿਲੇ ਵਿਆਹ 'ਚ 2 ਬੱਚੇ ਹਨ। ਧੋਖੇਬਾਜ਼ ਕਿਤੇ ਥਾਂ ਦਾ। ਹਰਜੀਤ ਦੇ ਬੋਲਾਂ ਦੇ ਇਹਨਾਂ ਬੋਲਾਂ ਤੋਂ ਪੰਜਾਬੀ ਸੱਭਿਆਚਾਰ ਦੀਆਂ ਕਦਰਾਂ ਕੀਮਤਾਂ ਦੀ ਝਲਕ ਸਿੱਧੇ ਰੂਪ ਵਿੱਚ ਮਿਲਦੀ ਹੈ। ਪੰਜਾਬੀ ਸੱਭਿਆਚਾਰ ਵਿੱਚ ਇੱਕ ਔਰਤ ਦੇ ਹੁੰਦੇ ਦੂਜੀ ਔਰਤ ਨਾਲ ਵਿਆਹ ਕਰਵਾਉਣਾ ਸੱਭਿਆਚਾਰ ਕੀਮਤਾਂ ਦੇ ਉਲਟ ਹੈ। ਸਹਿਮਦੇਪਾਲ ਨਾਟਕ ਰਾਹੀਂ ਨਾਟਕਕਾਰ ਨੇ ਉੱਥੇ ਵਸ ਚੁੱਕੇ ਲੋਕਾਂ ਦੀਆਂ ਪੀੜ੍ਹੀ ਦਰ ਪੀੜ੍ਹੀ ਪੈਦਾ ਹੋਣ ਵਾਲੀਆਂ ਸੱਭਿਆਚਾਰਕ ਸਮੱਸਿਆ ਨੂੰ ਬੜੇ ਹੀ ਸੁਚੱਜੇ ਢੰਗ ਨਾਲ ਬਿਆਨ ਕੀਤਾ ਹੈ। ਨਾਟਕਕਾਰ ਨੇ ਇਹ ਜਿਹੜੇ ਬੱਚੇ ਉੱਥੇ ਪੜ੍ਹਨ ਨਾਲ ਉੱਥੋਂ ਦੇ ਮਾਹੌਲ ਦੇ ਵਿੱਚ ਰਹਿੰਦੇ ਦੂਸਰੇ ਬੱਚਿਆਂ ਵੱਲੋਂ ਉਹਨਾਂ ਤੇ ਉਹਨਾਂ ਇਸੇ ਘਟਨਾ ਦੇ ਵਾਪਰਨ ਨਾਲ ਸਹਿਮ ਜਾਂਦਾ ਹੈ। ਉਹ ਆਪਣੇ ਨਾਲ ਹੋਈ ਇਹ ਘਟਨਾ ਘਰ ਦੇ ਕਿਸੇ ਮੈਂਬਰ ਨੂੰ ਦੱਸਣਾ ਨਹੀਂ ਚਾਹੁੰਦਾ। ਰਵੀ ਦੀ ਮਾਂ ਹਰਜੀਤ ਨੂੰ ਇਸ ਤਰ੍ਹਾਂ ਚੁੱਪ ਰਹਿਣ ਤੇ ਪੁੱਛਦੀ ਵੀ ਹੈ, ਪਰ ਉਹ ਕਿਸੇ ਵੀ ਗੱਲ ਨੂੰ ਆਪਣੇ ਮਾਂ-ਬਾਪ ਨਾਲ ਸ਼ੇਅਰ ਨਹੀਂ ਕਰਦਾ। ਸਮਾਜ ਵਿੱਚ ਮਾਪੇ ਆਪਣੇ ਬੱਚਿਆਂ ਨੂੰ ਪੂਰਾ ਸਮਾਂ ਨਹੀਂ ਦੇ ਪਾਉਂਦੇ ਜਾਂ ਫਿਰ ਉਹਨਾਂ ਨਾਲ ਦੋਸਤਾਨਾ ਮਾਹੌਲ ਸਿਰਜਣ ਤੋਂ ਸਮਰਥ ਹੋ ਜਾਂਦੇ ਹਨ ਤਾਂ ਉਹਨਾਂ ਨੂੰ ਕਈ ਸਮੱਸਿਆਵਾਂ ਵਿੱਚੋਂ ਗੁਜ਼ਰਨਾ ਪੈਂਦਾ, ਜਿਸ ਨਾਲ ਇਸੇ ਨਾਟਕ ਵਿੱਚ ਰਵੀ ਨਾਲ ਵਾਪਰਿਆ ਹੈ। ਰਣਜੀਤ ਸਿੰਘ ਸਮਝਦਾ ਹੈ ਕਿ ਉਹ ਬੱਚਿਆਂ ਨਾਲ ਦੋਸਤਾਨਾ ਮਾਹੌਲ ਸਿਰਜਣ ਤਾਂ ਹੀ ਉਹ ਆਪਣੇ ਬੱਚਿਆਂ ਦੇ ਉਹਨਾਂ ਦੇ ਅੰਦਰ ਜੋ ਪ੍ਰਵਿਰਤੀਆਂ ਜਾਂ ਉਹਨਾਂ ਨਾਲ ਕੀ ਹੋ ਰਿਹਾ ਉਹਨਾਂ ਬਾਰੇ ਅਸੀਂ ਜਾਣ ਸਕਦੇ ਹਾਂ। ਅਸੀਂ ਇਹਨਾਂ ਨੂੰ ਵਧੀਆ ਐਜੂਕੇਸ਼ਨ ਦਿਵਾ ਸਕੀਏ ਤਾਂ ਹੀ ਚੰਗੇ ਸੰਸਕਾਰ ਦੇ ਸਕੀਏ, ਸਮਾਜ ਲਈ ਕੁਝ ਕਰਨ ਦਾ ਪਾਠ ਪੜ੍ਹਾ ਸਕੀਏ, ਫਿਰ ਕਿਸ ਚੀਜ਼ ਦੀ ਘਾਟ ਰਹੇਗੀ। ਇਹਨਾਂ ਨੂੰ ਮਾਪਿਆਂ ਦੁਆਰਾ ਆਪਣੇ ਬੱਚਿਆਂ ਲਈ ਬਣਦੇ ਫਰਜ਼ਾਂ ਨੂੰ ਪਛਾਣਨ ਤੇ ਉਹਨਾਂ ਨੂੰ ਨਿਭਾਉਣ ਦੀ ਜ਼ਿੰਮੇਵਾਰੀ ਮਾਪਿਆਂ ਦੀ ਨਾਟਕਕਾਰ ਦੱਸਣਾ ਚਾਹੁੰਦਾ ਹੈ। ਦੂਜੇ ਪਾਸੇ ਇਹ ਨਾਟਕ ਭਾਰਤੀ ਲੋਕਾਂ ਦੇ ਮਨਾਂ ਵਿਚਲੇ ਵਹਿਮਾਂ ਭਰਮਾਂ ਅਤੇ ਅੰਧ ਵਿਸ਼ਵਾਸਾਂ ਦੇ ਦਰਸ਼ਨ ਵੀ ਕਰਵਾਉਂਦਾ ਹੈ। ਇਹਨਾਂ ਵਿੱਚੋਂ ਬਹੁਤ ਵਹਿਮ ਭਰਮ ਪੰਜਾਬੀ ਲੋਕ ਸੱਭਿਆਚਾਰ ਦੇ ਸਰੋਕਾਰ ਹਨ। ਸਮੁੱਚੇ ਰੂਪ ਵਿੱਚ ਕਿਹਾ ਜਾ ਸਕਦਾ ਕਿ ਨਾਰ ਔਜਲਾ ਦੇ ਨਾਟਕ ਪ੍ਰਵਾਸੀ ਪੰਜਾਬੀਆਂ ਦੀ ਤੜਪ ਪੀੜ ਜਾਂ ਉਹਨਾਂ ਦੀ ਸਮੱਸਿਆਵਾਂ ਨੂੰ ਬਖੂਬੀ ਉਲੀਕਦੇ ਹਨ। ਅੰਤਰ ਸੱਭਿਆਚਾਰਕ ਦਵੰਦ, ਪੰਜਾਬੀ ਸੱਭਿਆਚਾਰ ਕਦਰਾਂ ਕੀਮਤਾਂ, ਪੱਛਮੀ ਰੰਗਤ ਵਾਲੀ ਤੇਜ਼ ਤਰਾਰ ਜ਼ਿੰਦਗੀ, ਮਾੜੀ ਸੰਗਤ ਦਾ ਪ੍ਰਵਾਸੀ ਪੰਜਾਬੀਆਂ ਦੇ ਬੱਚਿਆਂ ਤੇ ਪ੍ਰਭਾਵ, ਭਾਰਤੀ ਲੋਕਾਂ ਦੇ ਮਨਾਂ ਵਿਚਲੇ ਵਹਿਮ ਭਰਮ, ਅੰਧ ਵਿਸ਼ਵਾਸ, ਰਿਸ਼ਤਿਆਂ ਦਾ ਟੁੱਟਣਾ ਆਦਿ ਇਸ ਨਾਟਕ ਦੇ ਅਹਿਮ ਸਾਰੋਕਾਰ ਹਨ। ਧੰਨਵਾਦ ਜੀ। ਇਸ ਲਿੰਕ ਨਾਲ ਜੁੜੇ ਸਾਰੇ ਪ੍ਰੋਫੈਸਰ ਸਾਹਿਬਾਨ ਤੇ ਵਿਦਵਾਨ ਦੋਸਤਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੇਰਾ ਟੌਪਿਕ ਹੈ ਸ਼ਮੀਲ ਦੀ ਕਵਿਤਾ ਦੇ ਪ੍ਰਮੁੱਖ ਸਰੋਕਾਰ ਧੂਫ ਦੇ ਵਿਸ਼ੇਸ਼ ਪ੍ਰਸੰਗ 'ਚ। ਜਿਵੇਂ ਕਿ ਅਸੀਂ ਜਾਣਦੇ ਕਿ ਸਮੁੱਚੇ ਪੰਜਾਬੀ ਸਾਹਿਤ ਵਿੱਚ ਪ੍ਰਵਾਸੀ ਪੰਜਾਬੀ ਸਾਹਿਤ ਨੇ ਆਪਣੀ ਖਾਸ ਥਾਂ ਬਣਾਈ ਹੈ। ਸਮੇਂ ਦੇ ਨਾਲ ਨਾਲ ਇਸ ਦੇ ਸਰੋਕਾਰਾਂ ਦਾ ਦਾਇਰਾ ਵੀ ਸੀਮਤ ਨਾ ਹੋ ਕੇ ਹੋਰ ਵਿਸਤ੍ਰਿਤ ਹੋ ਗਿਆ ਹੈ। ਅਜੋਕੀਆਂ ਪਰਿਸਥਿਤੀਆਂ ਵਿੱਚ ਦਿਨ ਬ ਦਿਨ ਵਿਦੇਸ਼ ਜਾਣ ਵਾਲਿਆਂ ਦੀ ਵੱਧਦੀ ਗਿਣਤੀ ਕਾਰਨ ਜਿੱਥੇ ਰੁਜ਼ਗਾਰ ਦਾ ਮਸਲਾ ਹੈ, ਉੱਥੇ ਹੀ ਪਰਾਈ ਧਰਤੀ ਤੇ ਆਪਣੀ ਸਵੈ ਹੋਣ ਦੇ ਸੰਘਰਸ਼ ਦਾ ਮਸਲਾ ਵੀ ਹੈ, ਜੋ ਸਮਾਜਿਕ ਪੱਧਰ ਦੇ ਨਾਲ ਨਾਲ ਆਪਣੇ ਆਪ ਨਾਲ ਮਾਨਸਿਕ ਪੱਧਰ ਤੇ ਵੀ ਜਾਰੀ ਰਹਿੰਦਾ ਹੈ। ਪਹਿਲਾਂ ਦੇ ਪ੍ਰਵਾਸੀ ਸਾਹਿਤ ਵਿੱਚ 2 ਸੱਭਿਆਚਾਰਾਂ ਵਿਚਲਾ ਦਵੰਦ ਪੀੜ੍ਹੀ ਪਾੜੇ ਅਤੇ ਹੇਰਵੇ ਜਿਹੇ ਮਸਲਿਆਂ ਵਜੋਂ ਪੇਸ਼ ਹੋਇਆ ਹੈ। ਉਹੀ ਦਵੰਦ ਅਜੋਕੀਆਂ ਪਰਿਸਥਿਤੀਆਂ ਵਿੱਚ ਆਪਣੀ ਭੂਮੀ ਅਤੇ ਭਾਸ਼ਾ ਨੂੰ ਲੱਗੇ ਖੋਰੇ ਪ੍ਰਤੀ ਚਿੰਤਾ ਬਣ ਜਾਂਦਾ ਹੈ। ਪਰਿਸਥਿਤੀ ਇਹ ਹੈ ਕਿ ਸਾਨੂੰ ਤਰੱਕੀ ਪਸੰਦ ਸਮਾਜ ਵਿੱਚ ਆਧੁਨਿਕ ਸੁੱਖ ਸਾਧਨ ਤਾਂ ਚਾਹੀਦੇ ਹਨ, ਪਰ ਪੰਜਾਬ ਵੀ ਉਹੀ ਸ਼ੁੱਧ ਹਰਾ ਭਰਿਆ ਮੇਲੇ ਤਿਉਹਾਰਾਂ ਵਾਲਾ ਖਰਾ ਚਾਹੀਦਾ ਹੈ। ਇਸ ਪਰਿਸਥਿਤੀ ਨੂੰ ਪੰਜਾਬ ਤੋਂ ਬਾਹਰ ਬੈਠਾ ਵਿਅਕਤੀ ਜ਼ਿਆਦਾ ਸ਼ਿੱਦਤ ਨਾਲ ਮਹਿਸੂਸ ਕਰਦਾ ਹੈ। ਧੂਫ ਕਾਵਿ ਸੰਗ੍ਰਹਿ ਵਿੱਚ ਪਰਾਈ ਧਰਤੀ ਤੇ ਵਿਚਰਦੇ ਕਵੀ ਨੇ ਆਪਣੀ ਧਰਤੀ ਲਈ ਮੋਹ, ਮਹਾਨਗਰੀ ਦੀ ਭੀੜ 'ਚ ਸਵੈ ਦੀ ਤਲਾਸ਼, 2 ਪਰਿਸਥਿਤੀਆਂ ਅਤੇ ਸੱਭਿਆਚਾਰਾਂ ਦਾ ਦਵੰਦ,
ਕਾਹਲ ਭਰੀ ਜ਼ਿੰਦਗੀ 'ਚ ਮਨੁੱਖੀ ਮਨ ਦੀ ਅਸਥਿਰਤਾ, ਵਿਅਕਤੀਤਵ ਰਿਸ਼ਤਾ ਨਾਤਾ, ਗ੍ਰਹਿਸਥੀ ਜੀਵਨ ਅਤੇ ਰੁਜ਼ਗਾਰ ਦੇ ਸੰਘਰਸ਼ ਨੂੰ ਪੇਸ਼ ਕੀਤਾ ਹੈ। ਇਸ ਤੋਂ ਇਲਾਵਾ ਉਹ ਚੂਹੇ ਦੌੜ 'ਚ ਪਈ ਮਨੁੱਖਤਾ ਦੇ ਹੁੰਦੇ ਮਸ਼ੀਨੀਕਰਨ ਪ੍ਰਤੀ ਵੀ ਚਿੰਤਾ ਜ਼ਾਹਿਰ ਕਰਦਾ ਹੈ, ਜਿਸ ਕੋਲ ਕੰਮ ਦੀਆਂ ਸਿਫਟਾਂ ਦੇ ਰੁਝੇਵਿਆਂ 'ਚ ਉਸ ਭੁੱਖ ਨੂੰ ਮਿਟਾਉਣ ਦਾ ਸਮਾਂ ਨਹੀਂ ਹੈ ਜਿਸ ਖਾਤਰ ਉਸਨੇ ਘਰ ਪਰਿਵਾਰ ਤੋਂ ਕੋਹਾਂ ਦੂਰ ਦਾ ਸਫ਼ਰ ਕੀਤਾ ਹੈ। ਜਿਸ ਭੁੱਖ ਲਈ ਸਾਡੇ ਵੱਡੇ ਵਡੇਰਿਆਂ ਨੇ ਜੰਗਲਾਂ ਤੋਂ ਹੁਣ ਤੱਕ ਦਾ ਸਫ਼ਰ ਕੀਤਾ ਹੈ, ਉਸ ਭੁੱਖ ਦੀ ਜਗ੍ਹਾ ਬੰਦੇ ਤੇ ਅਜੋਕੇ ਦੌਰ ਦੀ ਅਤ ਵਿਕਸਿਤ ਮਸ਼ੀਨੀ ਸੱਭਿਅਤਾ 'ਚ ਪੈਰ ਜਮਾਉਣ ਦੀ ਕਾਹਲ ਹਾਵੀ ਹੁੰਦੀ ਨਜ਼ਰ ਆਉਂਦੀ ਹੈ, ਜਿਵੇਂ ਕਵੀ ਨੇ ਭੁੱਖ ਤੇ ਦੌੜ ਕਵਿਤਾ ਵਿੱਚ ਪੇਸ਼ ਕੀਤਾ ਹੈ। ਇਸ ਦੌੜ ਦੀ ਦੌੜ ਵਿੱਚ ਆਪਣੇ ਪੂਰਵਜ ਯਾਦ ਆਉਂਦੇ ਹਨ, ਜਿਨ੍ਹਾਂ ਅੱਗ ਦੀ ਖੋਜ ਕੀਤੀ ਖਾਣਾ ਬਣਾਉਣ ਲਈ, ਪੇਟ ਦੀ ਭੁੱਖ ਕਾਰਨ ਸ਼ੁਰੂ ਕੀਤੀ ਸੱਭਿਅਤਾ। ਜੰਗਲ ਤੋਂ ਖੇਤੀ, ਖੇਤੀ ਤੋਂ ਵਪਾਰ, ਘਰ ਪਰਿਵਾਰ ਤੇ ਸਭ ਸਾਮਰਾਜ ਨਿਕਲੇ ਪੇਟ ਦੀ ਭੁੱਖ ਚੋਂ, ਜਿਸ ਭੁੱਖ ਕਾਰਨ ਉਸਰਿਆ ਇਹ ਸਾਰਾ ਤਾਣਾ ਬਾਣਾ। ਉਸ ਭੁੱਖ ਲਈ ਹੁਣ ਸਮਾਂ ਨਹੀਂ ਸਾਡੇ ਕੋਲ। ਕਾਲੀ ਕਾਲੀ ਖਾਣਾ ਖਾਂਦਿਆਂ ਆਪਣੇ ਵਡਾਰੂਆਂ ਦਾ ਖਿਆਲ ਆਉਂਦਾ ਹੈ, ਜਿਨ੍ਹਾਂ ਭੁੱਖ ਕਾਰਨ ਸ਼ੁਰੂ ਕੀਤੀ ਇਹ ਖੇਡ ਸਾਰੀ। ਰੁਜ਼ਗਾਰ ਅਤੇ ਸੁੱਖ ਸਾਧਨ ਦੀ ਭਾਲ 'ਚ ਜਦੋਂ ਬੰਦਾ ਆਪਣੀ ਧਰਤੀ ਤੋਂ ਦੂਰ ਹੁੰਦਾ ਹੈ ਤਾਂ ਓਪਰੇ ਸਮਾਜ ਅਤੇ ਸੱਭਿਆਚਾਰ ਵਿੱਚ ਆਪਣੇ ਲੋਕਾਂ, ਆਪਣੀ ਭਾਸ਼ਾ ਦੀ ਕਮੀ ਅਤੇ ਆਪਣੀ ਭੂਮੀ ਦਾ ਮੋਹ ਹਮੇਸ਼ਾ ਬੰਦੇ ਨੂੰ ਆਪਣੇ ਦੇਸ਼ ਨਾਲ ਜੋੜੀ ਰੱਖਦਾ ਹੈ। ਇਹੀ ਮੋਹ ਸ਼ਮੀਲ ਦੀ ਕਵਿਤਾ ਵਿੱਚ ਨਜ਼ਰ ਆਉਂਦਾ ਹੈ। ਇਹ ਉਸ ਸਮੇਂ ਫਿਕਰ 'ਚ ਬਦਲ ਜਾਂਦਾ ਹੈ ਜਦੋਂ ਕਵੀ ਨੂੰ ਅਜੋਕਾ ਪੰਜਾਬ ਉਹ ਪੰਜਾਬ ਨਜ਼ਰ ਨਹੀਂ ਆਉਂਦਾ ਜਿੱਥੇ ਉਸਦਾ ਬਚਪਨ ਗੁਜ਼ਰਿਆ ਸੀ। ਤਰੱਕੀ ਦੀ ਆੜ 'ਚ ਪੰਜਾਬ ਦੇ ਗਵਾਚ ਦੇ ਕੁਦਰਤੀਪਨ ਤੇ ਸਵਾਲੀਆ ਚਿੰਨ੍ਹ ਲਗਾਉਂਦਾ ਹੋਇਆ ਕਵੀ ਇਸਨੂੰ ਤਰੱਕੀ ਦੁਆਰਾ ਨਸ਼ਟ ਜ਼ਿੰਦਗੀ ਕਹਿੰਦਾ ਹੈ। ਇਹ ਉਹੀ ਜ਼ਿੰਦਗੀ ਹੈ ਜਿਸ ਦੇ ਅੰਸ਼ ਅਜੋਕੇ ਦੌਰ 'ਚ ਲੱਭਣੇ ਸੁਖਾਲੇ ਨਹੀਂ ਹਨ, ਜੋ ਹੌਲੀ ਹੌਲੀ ਖਤਮ ਹੁੰਦੀ ਜਾ ਰਹੀ ਹੈ। ਇਸ ਸੰਬੰਧੀ ਕਵੀ ਦਾ ਕਹਿਣਾ ਹੈ ਕਿ ਪਦਾਰਥ ਤਰੱਕੀ ਦਾ ਵਿਰੋਧ ਨਹੀਂ ਹੈ, ਬਲਕਿ ਉਸ ਦੀ ਹਿੰਸਾ ਅਤੇ ਖੋਖਲੇ ਪੱਖਾਂ ਨੂੰ ਮਹਿਸੂਸ ਕਰਨਾ ਹੈ, ਜਿਸ ਦੀ ਆੜ 'ਚ ਪੰਜਾਬ ਦੀ ਨੁਹਾਰਤਾ ਬਦਲੀ ਪਰ ਪੁਰਾਣੀਆਂ ਸਾਂਝਾਂ ਧੁੰਦਲੀਆਂ ਪੈ ਗਈਆਂ ਹਨ। ਜਿਵੇਂ ਟੋਭਾ ਟੋਭਾ ਨਾ ਰਿਹਾ, ਨਾਲੀਆਂ ਦਾ ਪਾਣੀ ਟੋਭੇ ਵਿੱਚ ਪੈਣ ਲੱਗਾ, ਪਿੰਡ ਦੀ ਸਭ ਤੋਂ ਪਵਿੱਤਰ ਥਾਂ ਪਿੰਡ ਦੀ ਸਭ ਤੋਂ ਗੰਦੀ ਥਾਂ ਬਣ ਗਈ, ਸ਼ਬਦ ਦੇ ਅਰਥ ਬਦਲ ਗਏ। ਹਰ ਦੀਵਾਲੀ ਤੇ ਦੀਵੇ ਜਗਾਉਣ ਦਾ ਸਮਾਂ ਹੁੰਦਾ, ਬਾਬਾ ਅੰਮਾ ਯਾਦ ਕਰਦੇ, ਟੋਭਾ ਕਿੰਨਾ ਸਾਫ਼ ਹੁੰਦਾ ਸੀ ਨਲਕਿਆਂ ਤੋਂ ਪਹਿਲਾਂ। ਟੋਭੇ ਕੰਢੇ ਦੀਵਾ ਰੱਖਦੇ ਟੋਭੇ ਦੀ ਯਾਦ ਵਿੱਚ। ਇਸੇ ਨਾਲ ਸੰਬੰਧਿਤ ਆਰਗੈਨਿਕ ਬੰਦੇ, ਅੰਬਾਂ ਦੇ ਫਲੇਵਰ, ਪਿੰਡ ਤੇਲ ਦੀ ਹਮਕ, ਪੇਂਡੂ ਲੋਕ ਅਤੇ ਆਰਗੈਨਿਕ ਸ਼ਬਦ ਆਦਿ ਹੋਰ ਕਵਿਤਾਵਾਂ ਹਨ। ਧਰਮ ਦੀ ਖੋਜ ਤੋਂ ਪਹਿਲਾਂ ਕਵਿਤਾ ਵਿੱਚ ਵੀ ਕਵੀ ਅਜੋਕੇ ਦਿਖਾਵੇ ਅਤੇ ਪੜ੍ਹੇ ਲਿਖਿਆਂ ਦੇ ਧਰਮ ਤੇ ਵਿਅੰਗ ਕਰਦਾ ਹੋਇਆ ਪੁਰਾਣੇ ਸਾਂਝ ਪਿਆਰ ਰਿਸ਼ਤੇ ਨਾਤਿਆਂ ਦੇ ਧਰਮ ਦੀ ਗੱਲ ਕਰਦਾ ਹੈ। ਇਸੇ ਸੰਦਰਭ ਵਿੱਚ ਦਾਲ ਰੋਟੀ ਕਵਿਤਾ ਹੈ, ਜਿਸ ਵਿੱਚ ਆਪਣੇ ਪੰਜਾਬ, ਪਿੰਡ, ਰਹਿਣ ਸਹਿਣ ਅਤੇ ਆਪਣੀਆਂ ਜੜ੍ਹਾਂ ਪ੍ਰਤੀ ਖਿੱਚ ਝਲਕਦੀ ਹੈ। ਇਸ ਕਵਿਤਾ ਵਿੱਚ ਕਵੀ ਨੇ ਉਸ ਪੀੜ੍ਹੀ ਬਾਰੇ ਦੱਸਿਆ ਹੈ ਜੋ ਆਪਣੀਆਂ ਜੀਵਨ ਲੋੜਾਂ ਮੁਤਾਬਕ ਪੱਛਮੀ ਸੱਭਿਆਚਾਰ ਵਿੱਚ ਹੌਲੀ ਹੌਲੀ ਢਲਤਾ ਜਾਂਦੀ ਹੈ, ਪਰ ਇੱਕ ਉਮਰ ਬਾਅਦ ਉਸ ਨੂੰ ਆਪਣੀ ਪਛਾਣ ਆਪਣੇ ਮੂਲ ਵਿੱਚੋਂ ਹੀ ਦਿਖਾਈ ਦੇਣ ਲੱਗਦੀ ਹੈ, ਜੋ ਵਿਦੇਸ਼ੀ ਧਰਤੀ ਤੇ ਆਪਣੀਆਂ ਜੜ੍ਹਾਂ ਲਗਾ ਤਾਂ ਸਕਦੀ ਹੈ ਪਰ ਜ਼ਿਆਦਾ ਵਕਤ ਰਹਿ ਕੇ ਵੱਧ ਫੁੱਲ ਨਹੀਂ ਸਕਦੀਆਂ। ਜਿਵੇਂ ਇਹ ਕਵਿਤਾ ਦੀਆਂ ਕੁਝ ਲਾਈਨਾਂ ਨੇ। ਉਮਰ ਬੀਤ ਗਈ, ਢਲ ਗਿਆ ਬਹੁਤ ਕੁਝ, ਖਿੱਚਾਂ ਜੀਵਨ ਦੀਆਂ ਫਿੱਕੀਆਂ ਪੈ ਗਈਆਂ ਹਨ, ਚਮਕਦੀਆਂ ਚੀਜ਼ਾਂ ਮੈਲੀਆਂ ਲੱਗਣ ਲੱਗ ਗਈਆਂ। ਮਨ ਮੁੜ ਆਇਆ ਜਿਵੇਂ ਸਪੇਸ ਯਾਤਰੀ ਵਾਪਸ ਧਰਤੀ ਤੇ ਆ ਗਿਆ ਹੋਵੇ। ਸੋਚਦਾ ਹਾਂ ਆਪਣੀ ਮਿੱਟੀ ਵਿੱਚ ਬੰਦੇ ਦੀਆਂ ਜੜ੍ਹਾਂ ਕਿੰਨੀਆਂ ਡੂੰਘੀਆਂ, ਬੰਦਾ ਵੀ ਬੂਟਿਆਂ ਵਰਗਾ ਆਪਣੀ ਮਿੱਟੀ ਨਾਲ ਹੀ ਬਣਦਾ, ਜਿਵੇਂ ਹਰ ਮਿੱਟੀ ਦੇ ਸੇਬ ਦੀ ਆਪਣੀ ਨਸਲ ਹੁੰਦੀ, ਬਦਾਮ ਜਿਵੇਂ ਹਰ ਜਗ੍ਹਾ ਨਹੀਂ ਹੁੰਦੇ, ਨਾਰੀਅਲ ਜਿਵੇਂ ਉਗਦਾ ਹੈ ਆਪਣੀ ਆਬੋ ਹਵਾ ਵਿੱਚ। ਮੈਂ ਵੀ ਬੂਟਾ ਜੋ ਪੁੱਟ ਲਿਆਇਆ ਆਪਣੇ ਆਪ ਨੂੰ, ਜੜ੍ਹਾਂ ਲਾ ਲਈਆਂ ਇੱਥੇ, ਪਰ ਮੇਰੀ ਕਿਸਮ ਨਹੀਂ ਬਦਲੀ। ਇਸ ਕਾਵਿ ਸੰਗ੍ਰਹਿ ਵਿੱਚ ਕਵੀ ਵੱਖ-ਵੱਖ ਵਰਤਾਰਿਆਂ ਨਾਲ ਦੋ ਸੱਭਿਆਚਾਰਾਂ ਵਿਚਲੇ ਦਵੰਦ ਨੂੰ ਵੀ ਜ਼ਾਹਿਰ ਕਰਦਾ ਹੈ। ਇੱਕ ਪਾਸੇ ਉਸਨੂੰ ਆਪਣੇ ਲੋਕਾਂ, ਭਾਸ਼ਾ ਤੇ ਆਪਣੇ ਪੰਜਾਬ ਦੀ ਫਿਕਰ ਹੈ, ਦਿਨੋਂ ਬ ਦਿਨ ਪ੍ਰਵਾਸ ਕਰਨ ਵਾਲਿਆਂ ਦੀ ਗਿਣਤੀ ਵੱਧ ਰਹੀ ਹੈ, ਉੱਥੇ ਹੀ ਦੂਜੇ ਪਾਸੇ ਰੁਜ਼ਗਾਰ ਅਤੇ ਭਵਿੱਖ ਦਾ ਮਸਲਾ ਵੀ ਹੈ। ਇਸ ਕਵਿਤਾ ਵਿੱਚ ਵਿਦੇਸ਼ੀ ਧਰਤੀ ਤੇ ਰੁਜ਼ਗਾਰ ਲਈ ਜੜ੍ਹਾਂ ਲੱਗਣ ਤੇ ਆਪਣੀ ਧਰਤੀ ਦੇ ਮੋਹ ਵਿਚਲੇ ਦਵੰਦ ਨੂੰ ਸਾਹਿਤ ਸਰੋਕਾਰ ਬਣਾਇਆ ਗਿਆ ਹੈ, ਜੋ ਮਿੱਟੀ ਅਤੇ ਮਸ਼ੀਨ ਵਿਚਲਾ ਦਵੰਦ ਹੈ। ਮੇਰੇ ਅੰਦਰ ਚੱਲ ਰਿਹਾ ਭਾਸ਼ਾਵਾਂ ਦਾ ਯੁੱਧ, ਟ੍ਰੇਨ ਭਾਸ਼ਾ ਲੜ ਰਹੀ ਏ ਖੇਤਾਂ ਦੀ ਭਾਸ਼ਾ ਨਾਲ, ਪਿੰਡਾਂ ਦੀ ਬੋਲੀ ਨਾਲ, ਮੈਂ ਅੰਦਰ ਆਪਣੇ ਆਪ ਨਾਲ ਲੜ ਰਿਹਾ ਹਾਂ। ਸੋ ਸਮੁੱਚੇ ਰੂਪ ਵਿੱਚ ਸ਼ਮੀਲ ਦੀ ਕਵਿਤਾ ਬਹੁ ਪਰਤੀ ਤੇ ਬਹੁ ਪਸਾਰੀ ਹੈ, ਜਿਸ ਰਾਹੀਂ ਵੱਖ-ਵੱਖ ਜੀਵਨ ਅਨੁਭਵਾਂ, ਚਿੰਤਾਵਾਂ ਦੇ ਨਾਲ-ਨਾਲ ਸਮਾਜਿਕ, ਆਰਥਿਕ, ਧਾਰਮਿਕ ਅਤੇ ਰਾਜਨੀਤਿਕ ਵਰਤਾਰਿਆਂ ਨਾਲ ਸੰਬੰਧਿਤ ਸਰਕਾਰਾਂ ਨੂੰ ਵੀ ਸਾਕਾਰ ਕੀਤਾ ਗਿਆ ਹੈ। ਧੰਨਵਾਦ। ਬਹੁਤ ਵਧੀਆ ਸਿਮਰਨ ਜੀ, ਤੁਸੀਂ ਸੰਖੇਪ ਰੱਖਿਆ, ਸਾਨੂੰ ਯਾਦ ਕਰਾਉਣ ਦੀ ਵੀ ਜ਼ਰੂਰਤ ਨਹੀਂ ਪਈ। ਬਹੁਤ ਵਧੀਆ ਪ੍ਰੈਜੈਂਟੇਸ਼ਨ ਸੀ ਤੁਹਾਡੀ। ਇਸ ਸੈਮੀਨਾਰ ਦੇ ਔਰ ਸੈਸ਼ਨ ਦੇ ਡਾਕਟਰ ਸਿਮਰਨਜੀਤ ਕੌਰ, ਜਿਨ੍ਹਾਂ ਦੇ ਖੋਜ ਪੱਤਰ ਦਾ ਵਿਸ਼ਾ ਹੈ ਬਿਨਾਂ ਪਰਮਾ ਦੇ ਕਥਾ ਜਗਤ ਵਿੱਚ ਨਾਰੀ ਸਰੋਕਾਰ। ਸਿਮਰਨਜੀਤ ਕੌਰ ਜੀ। ਸਭ ਤੋਂ ਪਹਿਲਾਂ ਮੈਂ ਦਿਆਲ ਸਿੰਘ ਕਾਲਜ ਤੇ ਪੰਜਾਬੀ ਡਿਪਾਰਟਮੈਂਟ ਤੇ ਡਾਕਟਰ ਰਵਿੰਦਰ ਦੀ ਬਹੁਤ
ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਇਸ ਸੈਮੀਨਾਰ ਵਿੱਚ ਪੇਪਰ ਪੜ੍ਹਨ ਦਾ ਮੌਕਾ ਦਿੱਤਾ। ਮੇਰੇ ਪੇਪਰ ਦਾ ਵਿਸ਼ਾ ਹੈ ਵੀਨਾ ਵਰਮਾ ਦੇ ਕਥਾ ਜਗਤ ਵਿੱਚ ਨਾਰੀ ਸਰੋਕਾਰ। ਵੀਨਾ ਵਰਮਾ ਪ੍ਰਵਾਸੀ ਪੰਜਾਬੀ ਸਾਹਿਤ ਵਿੱਚ ਇੱਕ ਚਰਚਿਤ ਕਹਾਣੀਕਾਰ ਹੈ ਜਿਸ ਕੋਲ ਭਾਰਤੀ ਤੇ ਪੱਛਮੀ ਦੋਹਾਂ ਸੱਭਿਆਚਾਰਾਂ ਦਾ ਅਨੁਭਵ ਹੈ। ਉਸਨੇ ਆਪ ਪ੍ਰਵਾਸ ਵਿੱਚ ਵਿਚਰਦਿਆਂ ਹੋਇਆਂ ਔਰਤ ਦੀਆਂ ਸਮੱਸਿਆਵਾਂ ਨੂੰ ਬੜੀ ਗਹਿਰਾਈ ਨਾਲ ਨੇੜਿਓਂ ਵੇਖਿਆ ਤੇ ਸਮਝਿਆ ਹੈ। ਹੁਣ ਤੱਕ ਉਸਦੇ 4 ਕਹਾਣੀ ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ। ਪਹਿਲੇ ਦੋਵੇਂ ਕਹਾਣੀ ਸੰਗ੍ਰਹਿਾਂ ਵਿੱਚ ਨਾਰੀ ਸੰਵੇਦਨਾ ਤੇ ਨਾਰੀ ਮਸਲਿਆਂ ਨੂੰ ਨਾਰੀਵਾਦੀ ਦ੍ਰਿਸ਼ਟੀਕੋਣ ਤੋਂ ਦੇਖਣ, ਸਮਝਣ ਤੇ ਸਮਝਾਉਣ ਦਾ ਯਤਨ ਕੀਤਾ ਗਿਆ ਹੈ। ਜੋਗੀਆਂ ਦੀ ਧੀ ਵਿਚਾਰਧਾਰਕ ਪੱਖ ਤੋਂ ਉਸਦੇ ਵਿਚਾਰਾਂ ਵਿੱਚ ਆਈ ਪਰਪੱਕਤਾ ਦਾ ਸੂਚਕ ਹੈ। ਚੌਥੇ ਕਹਾਣੀ ਸੰਗ੍ਰਹਿ ਵਿੱਚ ਉਸਨੇ ਇਨਸਾਨੀ ਰਿਸ਼ਤਿਆਂ ਦੀਆਂ ਉਲਝਣਾਂ ਤੇ ਪੇਚੀਦਗੀਆਂ ਨੂੰ ਬੜੇ ਹੀ ਮਨੋਵਿਗਿਆਨਿਕ ਢੰਗ ਨਾਲ ਪੇਸ਼ ਕੀਤਾ ਹੈ। ਵੀਨਾ ਵਰਮਾ ਦੀਆਂ ਕਹਾਣੀਆਂ ਵਿੱਚ ਜਿਨਸੀ ਰਿਸ਼ਤਿਆਂ ਦੀ ਅਜੋੜਤਾ, ਅਤ੍ਰਿਪਤੀ ਅਤੇ ਅਸਹਿਯੋਗੀ ਸਰੰਚਨਾ ਬੇਬਾਕੀ ਨਾਲ ਸਰੂਪ ਗ੍ਰਹਿਣ ਕਰਦੀ ਹੈ। ਇਸ ਖੋਜ ਪੱਤਰ ਦਾ ਵਿਸ਼ਾ ਵੀਨਾ ਵਰਮਾ ਦੇ ਕਹਾਣੀ ਸੰਗ੍ਰਹਿ ਇੱਕ ਕੁੜੀ ਇਕੱਲੀ ਵਿੱਚ ਨਾਰੀਵਾਦੀ ਸਰੋਕਾਰਾਂ ਦੀ ਤਲਾਸ਼ ਕਰਨਾ ਹੈ। ਲੇਖਿਕਾ ਸਮਾਜ ਸੱਭਿਆਚਾਰ ਦੇ ਪ੍ਰਸੰਗ ਵਿੱਚ ਨਾਰੀ ਹੋਂਦ ਦੇ ਅਰਥ ਤਲਾਸ਼ਦੀ ਹੈ। ਸਮਾਜਿਕ ਅਤੇ ਸੱਭਿਆਚਾਰਕ ਪਰਿਸਥਿਤੀਆਂ ਵਿੱਚ ਔਰਤ ਦੀ ਹੋਂਦ ਅਤੇ ਹੋਣੀ ਦੋਵੇਂ ਤਰਾਸਦਿਕ ਸਰੂਪ ਦੇ ਭਾਗੀ ਹਨ। ਵੀਨਾ ਵਰਮਾ ਆਪਣੀ ਕਥਾ ਬ੍ਰਿਤਾਂਤ ਵਿੱਚ ਇਸ ਤਰਾਸਦਿਕ ਸਰੂਪ ਨੂੰ ਤਰਾਸ਼ਵੇਂ ਤੇ ਟਾਕੀ ਰੂਪ ਵਿੱਚ ਪੇਸ਼ ਕਰਨ ਦਾ ਯਤਨ ਕਰਦੀ ਹੈ। ਵੀਨਾ ਵਰਮਾ ਦੀਆਂ ਕਹਾਣੀਆਂ ਵਿੱਚ ਕੇਂਦਰ ਬਿੰਦੂ ਪ੍ਰਵਾਸੀ ਪੰਜਾਬੀ ਔਰਤ ਹੈ ਜਿਸ ਨੂੰ ਮਜਬੂਰੀ ਅਤੇ ਬੇਬਸੀ ਦੀ ਹਾਲਤ ਵਿੱਚ ਵੱਖ-ਵੱਖ ਮਰਦਾਂ ਨਾਲ ਪਿਆਰ ਕਰਕੇ ਜਿਨਸੀ ਰਿਸ਼ਤੇ ਕਾਇਮ ਕਰਨੇ ਪੈਂਦੇ ਹਨ। ਯੂਰਪੀ ਸੱਭਿਆਚਾਰ ਵਿੱਚ ਪ੍ਰਵੇਸ਼ ਹੋਈ ਪੰਜਾਬੀ ਔਰਤ 2 ਸੱਭਿਆਚਾਰਾਂ ਦੇ ਤਣਾਅ ਨੂੰ ਭੋਗਦੀ ਹੋਈ ਕਸੂਤੀ ਸਥਿਤੀ ਵਿੱਚ ਗੁਜ਼ਰਦੀ ਹੈ। ਯੂਰਪੀ ਸੱਭਿਆਚਾਰ ਵਿੱਚ ਉੱਥੋਂ ਦੀ ਆਜ਼ਾਦੀ, ਜਿਨਸੀ ਰਿਸ਼ਤਿਆਂ ਵਿੱਚ ਅਤੇ ਖੁੱਲ੍ਹਾ ਲਿੰਗਿਕ ਮਾਹੌਲ, ਜਗੀਰਦਾਰੀ ਕਦਰਾਂ ਕੀਮਤਾਂ ਕਾਰਨ ਪਰਿਵਾਰਕ ਰਿਸ਼ਤੇ ਖੇਰੂ ਹੋ ਰਹੇ ਹਨ। ਔਰਤ ਦੇ ਸਵੈ ਸਥਾਪਤੀ ਦੇ ਸਰੋਕਾਰ ਨੂੰ ਵੀਨਾ ਵਰਮਾ ਨੇ ਆਪਣੀਆਂ ਕਹਾਣੀਆਂ ਦਾ ਵਿਸ਼ਾ ਬਣਾਇਆ ਹੈ। ਉਹ ਆਪਣੀਆਂ ਕਹਾਣੀਆਂ ਵਿੱਚ ਔਰਤ ਨੂੰ ਥੀਮ ਬਣਾ ਕੇ ਪੂਰੀ ਕਥਾ ਉਸ ਦੁਆਲੇ ਸਿਰਜਦੀ ਹੈ। ਉਹ ਔਰਤ ਭਾਵੇਂ ਕਿਸੇ ਵੀ ਸਮਾਜ ਦੀ ਹੋਵੇ ਪਰ ਆਮ ਔਰਤ ਵਾਂਗ ਆਪਣੇ ਪੂਰਬੀ ਸੰਸਕਾਰਾਂ ਨਾਲ ਪੁਰਨਿਆ ਇਹ ਆਪਣਾ ਘਰ ਅਤੇ ਪਰਿਵਾਰ ਲੋਚਦੀਆਂ ਹਨ ਜੋ ਇਹਨਾਂ ਦੇ ਅਵਚੇਤਨ ਵਿੱਚ ਕਿਤੇ ਨਾ ਕਿਤੇ ਜ਼ਰੂਰ ਪਿਆ ਹੁੰਦਾ ਹੈ। ਕਹਾਣੀ ਇੱਕ ਵਾਰ ਹੋਰ ਸਹੀ ਦੀ ਪਾਤਰ ਜਗੀਰੋ ਇੱਕ ਵਾਰ ਨਹੀਂ ਸਗੋਂ 3 ਵਾਰ ਵਿਆਹ ਕਰਾਉਂਦੀ ਹੈ ਤਾਂ ਕਿ ਉਸਦਾ ਘਰ ਵਸ ਸਕੇ। ਉਸਦਾ ਪਹਿਲਾ ਪਤੀ ਸ਼ਰਾਬ ਪੀ ਕੇ ਰੋਜ਼ ਉਸ ਨਾਲ ਕੁੱਟਮਾਰ ਕਰਦਾ ਹੈ ਪਰ ਉਹ ਪਤੀ ਦੇ ਘਰ ਨੂੰ ਹੀ ਆਪਣਾ ਸੰਸਾਰ ਮੰਨਦੀ ਹੈ। ਜਦੋਂ ਵੀ ਗੁੱਸਾ ਚੜਦਾ ਸੱਸ ਉਹਦੀ ਗੁੱਤ ਫੜ ਕੇ ਖਿੱਚਦੀ, ਵਾਲ ਪੁੱਟਦੀ ਤੇ ਮੂੰਹ ਤੇ 2-4 ਥੱਪੜ ਜੜ ਦਿੰਦੀ। ਆਪਣੇ ਪਤੀ ਕੋਲ ਸ਼ਿਕਾਇਤ ਕਰਨ ਜੋਗੀ ਨਹੀਂ ਸੀ ਉਹ। ਉਸਨੂੰ ਪਤਾ ਸੀ ਕਿ ਪਤੀ ਨੇ ਮਾਂ ਦਾ ਪੱਖ ਹੀ ਪੂਰਨਾ ਸੀ, ਇਸ ਲਈ ਉਹ ਸੱਸ ਦੇ ਜ਼ੁਲਮ ਨੂੰ ਵੀ ਆਪਣੇ ਕਰਮਾਂ ਦਾ ਲੇਖਾ ਜੋਖਾ ਸਮਝ ਕੇ ਬਰਦਾਸ਼ਤ ਕਰਦੀ ਰਹੀ। ਇਹ ਸਭ ਸਹਿਣ ਦੇ ਬਾਵਜੂਦ ਵੀ ਉਸਨੂੰ ਜਦੋਂ ਘਰ ਤੋਂ ਕੱਢਿਆ ਜਾਂਦਾ ਹੈ ਤਾਂ ਉਹ ਬੱਚਿਆਂ ਖਾਤਰ ਆਪਣਾ ਘਰ ਨਹੀਂ ਤੋੜਨਾ ਚਾਹੁੰਦੀ ਕਿਉਂਕਿ ਉਹਨਾਂ ਨੂੰ ਮਾਂ ਤੇ ਬਾਪ ਦੋਵਾਂ ਦੀ ਲੋੜ ਹੈ। ਔਰਤ ਦਾ ਵਿਚੇਤਨ ਮੁੱਖ ਰੂਪ ਨਾਲ ਘਰ ਨਾਲ ਹੀ ਜੁੜਿਆ ਹੋਇਆ ਹੁੰਦਾ ਹੈ। ਉਹ ਆਪਣੀ ਸੰਪੂਰਨਤਾ ਘਰ ਨਾਲ ਸਮਝਦੀ ਹੈ। ਜਗੀਰੋ ਦੀ ਮਾਸੀ ਉਸਨੂੰ ਇੰਗਲੈਂਡ ਲੈ ਆਉਂਦੀ ਹੈ ਤੇ ਉਸ ਤੋਂ 10 ਸਾਲ ਵੱਡੇ ਉਮਰ ਦੇ ਆਦਮੀ ਨਾਲ ਵਿਆਹ ਕਰਵਾ ਦਿੰਦੀ ਹੈ ਪਰ ਜਦੋਂ ਚਤਰ ਸਿੰਘ ਨੂੰ ਪਤਾ ਲੱਗਦਾ ਹੈ ਕਿ ਉਹ ਪਹਿਲਾਂ ਵਿਆਹੀ ਹੋਈ ਹੈ ਤਾਂ ਉਸਨੂੰ ਛੱਡ ਦਿੰਦਾ ਹੈ। ਜਗੀਰੋ ਵਿਆਹ ਦੀ ਦੂਜੀ ਬਾਜੀ ਹਾਰਨ ਪਿੱਛੋਂ ਬੁਰੀ ਤਰ੍ਹਾਂ ਟੁੱਟ ਜਾਂਦੀ ਹੈ ਪਰ ਆਪਣੇ ਘਰ ਨੂੰ ਵਸਾਉਣ ਖਾਤਰ ਚਤਰ ਸਿੰਘ ਨੂੰ ਬਾਰ-ਬਾਰ ਫੋਨ ਕਰਦੀ ਹੈ। ਜਗੀਰੋ ਪੂਰਬੀ ਸੰਸਕਾਰਾਂ ਵਿੱਚ ਜੰਮੀ ਪਲੀ ਹੋਣ ਕਾਰਨ ਪਤੀ ਦੇ ਘਰ ਨੂੰ ਹੀ ਆਪਣਾ ਘਰ ਮੰਨਦੀ ਹੈ। ਇਸ ਕਾਰਨ ਹਰ ਹਾਲਤ ਵਿੱਚ ਪਤੀ ਦਾ ਸਾਥ ਚਾਹੁੰਦੀ ਹੈ ਤੇ ਦੁੱਖ ਦਾ ਪਾਤਰ ਬਣਦੀ ਹੈ। ਜਿਸਮਾਂ ਤੋਂ ਪਾਰ ਕਹਾਣੀ ਦੀ ਨਾਇਕਾ ਵੀ ਆਪਣੇ ਘਰ ਨੂੰ ਬਚਾ ਕੇ ਰੱਖਣ ਲਈ ਆਪਣੇ ਪਤੀ ਦੇ ਹਰ ਐਬ ਨੂੰ ਬਰਦਾਸ਼ਤ ਕਰਦੀ ਹੈ। ਅੰਨੀ ਦੀ ਦਾਲ ਕਹਾਣੀ ਦੀ ਪਾਤਰ ਜਨਮ ਤੋਂ ਅੰਨੀ ਹੈ ਜਿਸ ਨੂੰ ਮਾਂ-ਬਾਪ ਦੀ ਮੌਤ ਤੋਂ ਬਾਅਦ ਤਿਰਸਕਾਰਿਆ ਜਾਂਦਾ ਹੈ। ਉਸ ਦੀ ਦਾਦੀ ਭੂਆ ਨਾਲ ਮਿਲ ਕੇ ਉਸ ਦਾ ਵਿਆਹ ਕਰ ਦਿੰਦੀ ਹੈ ਅਤੇ ਤਾਕੀਦ ਕਰਦੀ ਹੈ, ਬਸ ਸਮਝ ਲਈ ਇਹੀ ਮੇਰੀ ਦੁਨੀਆ ਹੈ। ਇੱਕ ਵਾਰੀ ਵਿਆਹੇ ਜਾਣ ਪਿੱਛੋਂ ਸਹੁਰਿਆਂ ਦਾ ਘਰ ਹੀ ਕੁੜੀ ਦਾ ਅਸਲੀ ਟਿਕਾਣਾ ਹੁੰਦਾ ਹੈ। ਜੈਸਾ ਵੀ ਘਰ-ਬਾਰ ਮਿਲ ਜੇ, ਸਬਰ ਸੰਤੋਖ ਨਾਲ ਜ਼ਿੰਦਗੀ ਕੱਟੀ। ਉਹ ਇਹਨਾਂ ਬੋਲਾਂ ਦੇ ਸਹਾਰੇ ਆਪਣੀ ਜ਼ਿੰਦਗੀ ਕੱਟਦੀ ਹੈ ਪਰ ਉਸਦੇ ਸ਼ਰੀਕ ਉਸਦੇ ਅੰਨੇਪਨ ਦਾ ਫਾਇਦਾ ਉਠਾ ਕੇ ਉਸ ਨਾਲ ਜ਼ਬਰਦਸਤੀ ਕਰਦੇ ਰਹੇ ਪਰ ਆਪਣੇ ਘਰ ਨੂੰ ਬਚਾ ਕੇ ਰੱਖਣ ਲਈ ਉਸਨੇ ਆਪਣੇ ਤੇ ਹੋਣ ਵਾਲੇ ਜ਼ੁਲਮ ਦੀ ਕਿਸੇ ਕੋਲ ਵੀ ਭਾਫ ਨਾ ਕੱਢੀ। ਉਸਦਾ ਪਤੀ ਉਸਨੂੰ ਛੱਡ ਨਾ ਦੇਵੇ ਇਹ ਸੋਚ ਕੇ ਉਹ ਆਪਣੇ ਨਾਲ ਹੋਣ ਵਾਲਾ ਵੈਸ਼ੀਪੁਣਾ ਬਰਦਾਸ਼ਤ ਕਰਦੀ ਰਹੀ। ਸ਼ੂਗਰ ਡੈਡੀ ਦਾ ਪਾਤਰ ਕਿਸ਼ੋਰੀ ਲਾਲ ਆਪਣੀ ਰੰਗੀਨ ਤਬੀਅਤ ਤੇ ਘਟੀਏ ਚਰਿੱਤਰ ਕਾਰਨ ਪੂਰਾ ਬਦਨਾਮ ਵਿਅਕਤੀ ਹੈ ਪਰ ਉਸਦੀ ਪਤਨੀ ਸ਼ਕੁੰਤਲਾ ਆਪਣੇ ਪਤੀ ਦੀ ਬਦਮਾਸ਼ੀ ਤੇ ਪਰਾਈਆਂ ਔਰਤਾਂ ਨਾਲ ਸੰਬੰਧਾਂ ਨੂੰ ਜਾਣ ਕੇ ਵੀ ਪਤੀ ਦਾ ਘਰ ਨਹੀਂ ਛੱਡਦੀ ਕਿਉਂਕਿ ਉਸਨੂੰ ਲੱਗਦਾ ਹੈ ਕਿ ਔਰਤ ਜਦੋਂ ਵਿਆਹੀ ਜਾਂਦੀ ਹੈ ਤਾਂ ਪਤੀ ਨੂੰ ਹਰ ਰੂਪ ਵਿੱਚ ਪ੍ਰਵਾਨ ਕਰਨਾ ਉਸਦਾ ਧਰਮ ਹੈ। ਯੂਰਪੀ ਸਮਾਜ ਵਿੱਚ ਆ ਕੇ ਭਾਵੇਂ ਪੰਜਾਬੀ ਔਰਤ ਆਪਣੇ ਆਪ ਨੂੰ ਆਜ਼ਾਦ ਤੇ ਜ਼ਿੰਦਗੀ ਨੂੰ ਖੁੱਲ੍ਹ ਕੇ ਮੰਨਣ ਦਾ ਪ੍ਰਯਤਨ ਕਰਦੀ ਹੈ ਪਰ ਫਿਰ ਵੀ ਉਸ ਦੇ ਅਵਚੇਤਨ ਵਿੱਚ ਪੂਰਬੀ ਕਦਰਾਂ ਕੀਮਤਾਂ ਤੇ ਘਰ ਦਾ ਸੰਕਲਪ ਜ਼ਰੂਰ ਪਿਆ ਹੁੰਦਾ ਹੈ ਜਿਸ ਨੂੰ ਉਹ ਛੱਡਣਾ ਨਹੀਂ ਚਾਹੁੰਦੀ। ਵੀਨਾ ਵਰਮਾ ਨੇ ਆਪਣੀਆਂ ਕਹਾਣੀਆਂ ਵਿੱਚ ਅਣਜੋੜ ਦੇ ਵਿਆਹ ਦੇ ਸਰੋਕਾਰ